ਮੋਦੀ ਸਾਹਿਬ ਨੇ ਜਿਹੜਾ ਇਹ ਕੰਮ ਕੀਤਾ ਉਹ ਤੁਗਲਕੀ ਫਰਮਾਨ ਸੁਣਾਏ ਨੇ, ਕਿਸੇ ਨਾਲ ਕੋਈ ਰਾਏ ਮਸ਼ਵਰਾ ਨਹੀਂ ਕੀਤਾ। ਹਰਿਆਣੇ ਦੇ ਮਨੋਹਰ ਲਾਲ ਖੱਟੜ ਨੇ ਦੂਜੇ ਰਾਜਾਂ ਦੀ ਹਰਿਆਣੇ 'ਚ ਫਸਲ ਵੇਚਣ ਤੇ ਪਾਬੰਦੀ ਲਾ ਦਿੱਤੀ ਹੈ, ਤੇ ਜੇ ਇਹ ਆਰਡੀਨੈਂਸ ਜਿਹੜੇ ਬਿੱਲ ਬਣੇ ਨੇ ਕੀ ਇਹ ਹਰਿਆਣੇ 'ਚ ਲਾਗੂ ਨਹੀਂ ਹੁੰਦੇ? ਮੈਂ ਤੁਹਾਡੇ ਗਿਆਨ 'ਚ ਵਾਧਾ ਕਰਾਂ, ਅੱਜ ਹੀ ਸਵੇਰੇ ਮੈਨੂੰ ਰਾਮਪੁਰੇ ਤੋਂ ਫੋਨ ਆਇਆ, ਉੱਥੇ 3 ਪੰਪ ਨੇ ਰਿਲਾਇੰਸ ਦੇ ਪੰਪਾਂ ਦੇ ਉੱਤੇ ਕਿਸਾਨਾਂ ਨੇ ਟਰਾਲੀਆਂ ਲਾਤੀਆਂ ਕਿ ਇਹਨਾਂ ਪੰਪਾਂ ਤੋਂ ਕੋਈ ਤੇਲ ਨਹੀਂ ਪਵਾਏਗਾ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੋਮ ਪ੍ਰਕਾਸ਼ ਹੋਰੀ ਜਾਂ ਹੋਰ ਇਹਦੇ ਹੱਕ ਦੇ ਵਿੱਚ ਡਟੇ ਹੋਏ ਨੇ। ਇਹ ਪਹਿਲਾਂ ਅਕਾਲੀ ਦਲ ਦੇ ਘੰਧਾੜੇ ਦੇ ਰਾਹੀਂ ਵਿਧਾਨ ਸਭਾ 'ਚ ਪਹੁੰਚਦੇ ਸੀ। ਜੇ ਕੱਲੀ ਸਥਿਤੀ ਦੇਖ ਲਓ ਤਾਂ 1 ਜਾਂ 2 ਸੀਟਾਂ ਨੂੰ ਛੱਡ ਕੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਵਾਲਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਜ਼ਮਾਨਤਾਂ ਨਹੀਂ ਬਚਾ ਸਕਦੀਆਂ ਉਹਨਾਂ ਨੇ। ਇਹਨਾਂ ਅਕਾਲੀਆਂ ਨੇ ਅਸਲ ਦੇ ਵਿੱਚ ਆਪਣੀ ਕੁਰਸੀ ਖਾਤਰ 12 ਦਸੰਬਰ 1996 ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਕੀਤਾ। ਅੱਜ ਦੀ ਸਥਿਤੀ ਦੇ ਵਿੱਚ ਕੀ ਨਰਿੰਦਰ ਮੋਦੀ ਨੇ ਇਹ ਆਰਡੀਨੈਂਸ ਪਾਸ ਕਰਨ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਬੈਠ ਕੇ ਗੱਲ ਕੀਤੀ ਕਿ ਮੰਚ ਦੇ ਉੱਤੇ ਕੋਈ ਰਾਜਸੀ ਪਾਰਟੀ ਦਾ ਆਗੂ ਆਉਣ ਦਾ ਯਤਨ ਨਾ ਕਰੇ। ਜਿਹੜਾ ਠੂਠਾ ਮੰਗ ਕੇ ਦੂਜੇ ਦੇਸ਼ਾਂ ਤੋਂ ਕਣਕ ਤੇ ਚਾਵਲ ਲਿਆਉਂਦਾ ਸੀ, ਸਾਡੇ ਕਿਸਾਨ ਨੇ ਇਸ ਨੂੰ ਆਤਮ ਨਿਰਭਰ ਬਣਾਇਆ। ਲਾਲ ਬਹਾਦਰ ਸ਼ਾਸਤਰੀ ਨੇ ਜਦੋਂ ਨਾਅਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ, ਇਹਨਾਂ ਨੇ ਜਵਾਨ ਦੇ ਨਾਲ ਵੀ ਧੋਖਾ ਕੀਤਾ ਤੇ ਇਹਨਾਂ ਨੇ ਕਿਸਾਨ ਦੇ ਨਾਲ ਵੀ ਧੋਖਾ ਕੀਤਾ। ਜਿਹੜੀ ਵੀ ਸਥਿਤੀ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੱਲਦਾ ਹੈ ਉਹਨੂੰ ਹਰ ਗੱਲ ਪੁੱਠੀ ਪੈ ਰਹੀ ਹੈ। ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਮਾੜਾ ਵਕਤ ਆਵੇ ਨਾ ਉਦੋਂ ਬੋਤੇ ਤੇ ਬੈਠੇ ਨੂੰ ਕੁੱਤੇ ਵੱਢਣ ਲੱਗ ਜਾਂਦੇ ਨੇ। ਅਕਾਲੀਆਂ ਨੂੰ ਤਾਂ ਹੁਣ ਕੁੱਤੇ ਤੇ ਖੜਿਆਂ ਨੂੰ ਕੁੱਤੇ ਵੱਢੀ ਜਾਂਦੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਕੇਂਦਰ ਨੇ ਜਿਹੜੇ ਨਵੇਂ ਖੇਤੀ ਕਾਨੂੰਨ ਬਣਾਏ ਹੈ ਉਹਦੇ ਮੱਦੇਨਜ਼ਰ ਕੌਮੀ ਪੱਧਰ ਤੇ ਜਿਹੜਾ ਕਿਸਾਨੀ ਦਾ ਅੰਦੋਲਨ ਹੈ ਉਹ ਤਾਂ ਭਖਿਆ ਹੀ ਹੋਇਆ ਹੈ। ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦਾ ਇਸ ਦਾ ਪੋਲੀਟੀਕਲ ਤੌਰ ਤੇ ਕੀ ਇੰਪੈਕਟ ਜਿਹੜਾ ਹੈਗਾ ਸਾਹਮਣੇ ਆ ਰਿਹਾ ਹੈ। ਖਾਸ ਤੌਰ ਤੇ ਅੱਜ ਆਪਾਂ ਡਿਬੇਟ 'ਚ ਉਸ ਧਿਰ ਨੂੰ ਲੈ ਰਹੇ ਹਾਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ, ਜਿਹੜੀ ਕੱਲ ਤੱਕ ਮੈਂ ਕਹਾਂ ਕਿ 9 ਮਾਹ ਦੇ ਰਿਸ਼ਤੇ ਦੀ ਗੱਲ ਕਰਦੀ ਸੀ। 10 ਸਾਲ ਪਿਛਲੇ ਲਗਾਤਾਰ ਸੱਤਾ ਦੇ ਵਿੱਚ ਰਹੀ ਕਿਸਾਨੀ ਅੰਦੋਲਨ ਦੇ ਨਾਲ ਕਿਸ ਤਰ੍ਹਾਂ ਦੋਨਾਂ ਪਾਰਟੀਆਂ ਦੇ ਹੇਠੋਂ ਜਿਹੜੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਬਹੁਤ ਵੱਡੀਆਂ ਚੁਣੌਤੀਆਂ ਇਹਨਾਂ ਮੁੱਦਿਆਂ ਤੇ ਮੇਰੇ ਨਾਲ ਇਸ ਖਿੱਤੇ ਦੇ ਸਾਡੇ ਸੀਨੀਅਰ ਜਰਨਲਿਸਟ ਏਐਸ ਪ੍ਰਾਸ਼ਰ ਜੀ, ਜਸਪਾਲ ਸਿੰਘ ਢਿੱਲੋਂ, ਪ੍ਰੀਤਮ ਰਪਾਲ, ਤਿੰਨੇ ਮੈਂ ਸੀਨੀਅਰ ਪੱਤਰਕਾਰਾਂ ਨੂੰ ਸਾਡੇ ਪੈਨਲ ਤੇ ਆਉਣ ਲਈ ਮੇਰੀ ਬੇਨਤੀ ਪ੍ਰਵਾਨ ਕਰਨ ਲਈ ਜੀ ਆਖਦਾ, ਵੈਲਕਮ ਕਰਦਾ ਹਾਂ। ਸ਼ੁਕਰੀਆ ਜੀ। ਪ੍ਰਾਸ਼ਰ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਕਿਸਾਨੀ ਅੰਦੋਲਨ ਦਾ। ਜਦੋਂ ਆਪਾਂ ਗੱਲ ਕਰਦੇ ਹਾਂ ਜਿਸ ਤਰੀਕੇ ਨਾਲ ਪੰਜਾਬ 'ਚ ਹੰਗਾਰਾ ਹੈ, ਜੋ ਪ੍ਰਸਥਿਤੀਆਂ ਹੈਗੀਆਂ ਉਹ ਆਪਣੀ ਜਗ੍ਹਾ ਤੇ ਹੈ। ਜੇ ਆਪਾਂ ਪੋਲੀਟੀਕਲ ਜਿਹੜਾ ਹੈਗਾ ਮਾਹੌਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ਤੇ ਕਿਵੇਂ ਜਿਹੜਾ ਹੈਗਾ ਜ਼ਮੀਨ ਉਹਨਾਂ ਦੇ ਪੈਰਾਂ ਹੇਠੋਂ ਖਿਸਕਦੀ ਨਜ਼ਰ ਆ ਰਹੀ ਹੈ ਇਸ ਕਿਸਾਨੀ ਅੰਦੋਲਨ ਦੇ ਕਾਰਨ। ਜੀ ਪ੍ਰਾਸ਼ਰ ਜੀ। ਜਗਤਾਰ ਜੀ, ਪੰਜਾਬ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਦਾ ਇਹ ਅੰਦੋਲਨ ਉੱਠਿਆ ਹੈ ਕਿਸੇ ਵੱਲੋਂ, ਪਰ ਪੰਜਾਬ ਦਾ ਲਗਭਗ ਹਰ ਬੱਚਾ ਇਹਦੇ ਨਾਲ ਜੁੜ ਗਿਆ ਹੈ। ਉਹਨੇ ਅਕਾਲੀ ਭਾਜਪਾ ਦੀ ਕਈ ਦਹਾਕਿਆਂ ਤੋਂ ਚਲੀ ਆ ਰਹੀ ਜਿਹੜੀ ਆਪਸ ਦੇ ਵਿੱਚ ਜਿਹੜੀ ਅਲਾਇੰਸ ਸੀ ਉਹਨੂੰ ਤੋੜਨ ਤੇ ਮਜਬੂਰ ਕਰਤਾ ਹੈ। ਔਰ ਇਹ ਮੇਨ ਚੀਜ਼ ਹੈ ਕਿ ਇਹ ਪਾਰਟੀਆਂ ਨੇ ਤਲਾਕ ਤੱਕ ਲਿਆ, ਲੇਕਿਨ ਅੱਗੇ ਇਹਨਾਂ ਨੇ ਕਿਵੇਂ ਇਹਨਾਂ ਦੇ ਭਵਿੱਖ ਦੇ ਉੱਤੇ ਹਾਲੇ ਤੱਕ ਸਵਾਲੀਆ ਲਿਆ ਹੈ। ਕਿਉਂ ਨਾ ਭਾਜਪਾ ਨਾ ਸ਼੍ਰੋਮਣੀ ਅਕਾਲੀ ਦਲ ਦੋਨੋਂ ਲੋਕਾਂ ਵੱਲੋਂ ਕੋਈ ਹੁੰਗਾਰਾ ਨਹੀਂ, ਚਾਰੋਂ ਪਾਸੇ ਨਕਾਰੇ ਜਾ ਰਿਹਾ ਹੈ। ਉਸ ਤੇ ਸਭ ਤੋਂ ਜਿਹੜੀ ਮਾਰਤਾ ਹੈ ਮੈਂ ਸਮਝਦਾ ਕਿ ਨੰਬਰ 1 ਭਾਜਪਾ ਦੀ ਹੈ ਔਰ ਨੰਬਰ 2 ਸ਼੍ਰੋਮਣੀ ਅਕਾਲੀ ਦਲ ਦੀ ਹੈ। ਪਹਿਲੇ ਆਪਾਂ ਅਗਰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਲਈਏ ਤਾਂ ਇਹ ਹੈ ਕਿ ਜਿਸਲੇ ਮੋਦੀ ਸਰਕਾਰ ਦੇ ਕੈਬਨਿਟ ਦੇ ਵਿੱਚ ਇਹ ਮੁੱਦਾ ਆਇਆ ਤਾਂ ਉੱਥੇ ਹਰਸਿਮਰਤ ਬਾਦਲ ਬਤੌਰ ਅਕਾਲੀ ਦਲ ਦੇ ਰੈਪਰੈਜ਼ੈਂਟੇਟਿਵ ਬੈਠੀ ਸੀ। ਉਹਨੇ ਇਹਦੇ ਉੱਤੇ ਨਾ ਕੋਈ ਕਿੰਤੂ ਕੀਤਾ, ਨਾ ਪਰੰਤੂ ਕੀਤਾ, ਨਾ ਕੋਈ ਸਵਾਲੀਆ ਨਿਸ਼ਾਇਆ ਔਰ ਨਾ ਹੀ ਕੋਈ ਆਬਜੈਕਟ ਕੀਤੀ। ਮੀਨਸ ਕਿ ਇਸ ਪ੍ਰਪੋਜ਼ਲ ਦੇ ਨਾਲ ਸਹਿਮਤ ਸੀ ਔਰ ਇਸ ਇਹ ਕੰਟਰੋਵਰਸ਼ਲ ਜਿਹੜਾ ਫੈਸਲਾ ਹੈ ਉਹਦੇ ਹਿੱਸੇਦਾਰ ਸੀ।
ਔਰ ਜਿਸਲੇ ਜੀ। ਪੰਜਾਬ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲਣਾ ਸ਼ੁਰੂ ਹੋਇਆ, ਜਿਹਦੇ ਵਿੱਚ ਹੌਲੀ ਹੌਲੀ ਕਾਂਗਰਸ ਪਾਰਟੀ ਵੀ ਸ਼ਾਮਲ ਹੋ ਗਈ, ਆਮ ਆਦਮੀ ਪਾਰਟੀ ਵੀ ਸ਼ਾਮਲ ਹੋ ਗਈ। ਫਿਰ ਜਿਸਲੇ ਇਹਨੂੰ ਸੇਕ ਲੱਗਣਾ ਪਿਆ ਤਾਂ ਫਿਰ ਇਹਨੇ ਜਿਹੜਾ ਹੈ ਉਹਨੂੰ ਬਜਾਏ ਦੇ ਕਿ ਇਮੀਡੀਏਟਲੀ ਉਹਨੂੰ ਡਿਫੈਂਡ ਕੇ ਛੱਡਿਆ, ਉਹਨੂੰ ਡਿਫੈਂਡ ਕਰਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇੱਕ ਨਹੀਂ ਕਈ ਵੀਡੀਓ ਹੱਲੇ ਵੀ ਸੋਸ਼ਲ ਮੀਡੀਆ ਦੇ ਉੱਤੇ ਅਵੇਲੇਬਲ ਹੈ, ਜਿੱਥੇ ਉਹ ਕਹਿੰਦੇ ਜੀ ਇਹਨਾਂ ਨਾਲ ਕੋਈ ਨੁਕਸਾਨ ਨਹੀਂ, ਸਮਾਂ ਫਾਇਦਾ ਹੈ। ਕਿ ਜਿਹੜੀ ਪਾਰਟੀਆਂ ਕਹਿ ਰਹੀਆਂ ਕਿ MSP ਨਾਲ ਖਤਮ ਹੋ ਜਾਏਗਾ, ਉਹ ਗਲਤ ਹੈ। ਇਹ ਦੇਖੋ ਮੇਰੇ ਕੋਲ ਇੱਕ ਚਿੱਠੀ ਹੈਗੀ ਹੈ ਜਿਹਦੇ ਵਿੱਚ ਕੇਂਦਰ ਦੀ ਸਰਕਾਰ ਦੇ ਕੇਂਦਰ ਦੇ ਐਗਰੀਕਲਚਰ ਮਿਨਿਸਟਰ ਤੋਮਰ ਨੇ ਮੈਨੂੰ ਕਿਹਾ ਹੈ ਕਿ MSP ਨੂੰ ਕੋਈ ਖਤਰਾ ਨਹੀਂ ਹੈ, ਉੱਦਾਂ ਹੀ ਚੱਲੇਗਾ। ਔਰ ਉੱਥੇ ਤੱਕ ਹਾਲਤ ਹੈ ਸੀ ਕਿ ਇਹਨਾਂ ਨੇ ਅਲਟੀਮੇਟਲੀ ਜਿਹੜੇ ਪਾਰਟੀ ਦੇ ਇਹ ਪੈਟਰਨ ਹੈਗੇ ਹੈ, 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਾ ਕੇ ਆਪਣੇ ਡਿਫੈਂਸ ਦੇ ਵਿੱਚ ਲਿਆ ਕੇ ਢਾਹ ਦਿੱਤਾ। ਔਰ ਉਹਨਾਂ ਦੇ ਹੱਲੇ ਅਵੇਲੇਬਲ ਹੈ ਕਿਸਾਨੋਂ ਵੀਰੋ, ਇਹਦੇ ਨਾਲ ਕੋਈ ਨੁਕਸਾਨ ਨਹੀਂ, ਤੁਹਾਨੂੰ ਫਾਇਦਾ ਹੀ ਫਾਇਦਾ ਹੈ। ਲੇਕਿਨ ਜਿਸਲੇ ਇਹਨਾਂ ਨੇ ਦੇਖਿਆ ਕਿ ਨਹੀਂ ਚੱਲੀ ਤਾਂ ਅਕਾਲੀ ਦਲ ਨੇ ਇਸ 'ਤੇ ਪੂਰੀ ਤਰ੍ਹਾਂ ਬੜੀ ਬੇਸ਼ਰਮੀ ਦੇ ਨਾਲ ਯੂ ਟਰਨ ਲਿਆ। ਯੂ ਟਰਨ ਲੈ ਕੇ ਪਹਿਲੇ ਪਾਰਲੀਮੈਂਟ ਦੇ ਵਿੱਚ ਜਿਸਲੇ ਆਰਡੀਨੈਂਸ ਆਏ ਔਰ ਉਹਨਾਂ ਨੂੰ ਬਿੱਲ ਦੀ ਸ਼ਕਲ ਦੇ ਵਿੱਚ ਪੇਸ਼ ਕੀਤਾ ਗਿਆ, ਉਹਦੇ ਖਿਲਾਫ ਇਹਨਾਂ ਨੇ ਵੋਟ ਪਾਈ। ਔਰ ਵੋਟ ਪਾਉਣ ਤੋਂ ਬਾਅਦ ਜਦ ਇਹਨਾਂ ਨੂੰ ਪਤਾ ਕਿ ਜਿਸ ਸਰਕਾਰ ਦੇ ਵਿੱਚ ਇਹ ਖੁਦ ਭਾਗੀਦਾਰ ਹੈ, ਉਹਦੇ ਵਿੱਚ ਉਹਦੇ ਖਿਲਾਫ ਵੋਟ ਪਾ ਕੇ ਰਹਿ ਨਹੀਂ ਸਕਦੇ, ਇਹਨਾਂ ਨੂੰ ਉੱਥੋਂ ਅਸਤੀਫਾ ਦੇ। ਉਸ ਤੋਂ ਦੇਖਿਆ ਕਿ ਲੋਕਾਂ ਦਾ ਗੁੱਸਾ ਨਹੀਂ ਹੋ ਰਿਹਾ ਤੇ ਇਹਨੇ ਅਲਟੀਮੇਟਲੀ ਇਹ ਅਨਾਉਂਸ ਕਰਤਾ ਅਸੀਂ ਤਾਂ ਭਾਜਪਾ ਦੇ ਨਾਲ ਆਪਾਂ ਸੰਬੰਧ ਤੋੜ ਰਹੇ ਹਾਂ। ਹੁਣ ਸੰਬੰਧ ਤੋੜ ਦਿੱਤਾ ਹੈ, ਲੇਕਿਨ ਲੋਕਾਂ ਦੇ ਵਿੱਚ ਇਹਦਾ ਕੋਈ ਜਿਹੜਾ ਅਸਰ ਨਹੀਂ ਪੈ ਰਿਹਾ, ਕਿਉਂਕਿ ਸਭ ਲੋਕ ਸਮਝਦੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਚਿੱਠੀ ਤੇ ਖੂਨ ਲਗਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਫੈਕਟ ਹੈ ਕਿ ਇਹਨਾਂ ਨੇ ਹਰ ਕਦਮ ਤੇ ਇਸ ਕਿਸਾਨ ਵਿਰੋਧੀ ਜਿਹੜਾ ਬਿੱਲ ਹੈ ਜਾਂ ਕਿਸਾਨ ਵਿਰੋਧੀ ਜਿਹੜਾ ਮੁਹਿੰਮ ਹੈ ਉਹਦੀ ਸਪੋਰਟ ਵੀ ਕੀਤੀ ਹੈ, ਉਹ ਡਿਫੈਂਡ ਵੀ ਕੀਤਾ ਹੈ। ਔਰ ਉਹਨੂੰ ਹਾਲੇ ਵੀ ਜਿਹੜੇ ਆ ਉਹ ਡਿਫੈਂਡ ਕਰਨ ਲੱਗੇ ਆ। ਹੁਣ ਜ਼ਬਰਦਸਤੀ ਜਿਹੜੇ ਹੈ ਕਹਿੰਦੇ ਅਸੀਂ ਕਿਸਾਨ ਮੋਰਚਾ ਲਾਵਾਂਗੇ। ਔਰ ਅੱਜ ਮੈਂ ਕਿਤੇ ਅਖਬਾਰਾਂ ਵਿੱਚ ਪੜ੍ਹ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿ ਪੰਜਾਬ ਦੇ ਤਿੰਨੋਂ ਤਖਤਾਂ ਤੋਂ ਇੱਕ ਲੌਂਗ ਮਾਰਚ ਕੀਤੀ ਜਾਏ, ਚੰਡੀਗੜ੍ਹ 'ਚ ਆ ਕੇ ਇਹਦੇ ਖਿਲਾਫ ਮੁਜ਼ਾਹਰਾ ਕੀਤਾ ਜਾਏ। ਲੇਕਿਨ ਮੈਂ ਸਮਝਦਾ ਸਟਰਿੰਗ ਹੈ ਇਹਦੇ ਭਵਿੱਖ ਦੇ ਉੱਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਹਸ਼ਰ ਹੋਏਗਾ, ਇਹਦੇ ਤੇ ਹੱਲੇ ਵੀ ਇਹ ਜਿਹੜਾ ਹੈ ਸਵਾਲੀਆ ਨਿਸ਼ਾਨ ਲੱਗਿਆ। ਔਰ ਹੁਣ ਜੀ ਆਪਾਂ ਜੇ ਇਹਦੇ ਦੂਜਾ ਪਾਰਟਨਰ ਹੈ ਭਾਜਪਾ, ਮੈਂ ਸਮਝਦਾ ਹਾਂ ਕਿ ਇਸ ਸਾਰੇ ਐਪੀਸੋਡ ਦੇ ਵਿੱਚ ਅਗਰ ਸਭ ਤੋਂ ਕਮਜ਼ੋਰ ਸਥਿਤੀ ਕਿਸੇ ਪਾਰਟੀ ਦੀ ਹੈ ਤਾਂ ਉਹ ਭਾਜਪਾ ਦੀ ਹੈ, ਕਿਉਂਕਿ ਭਾਜਪਾ ਨੂੰ ਪਹਿਲੇ ਹੀ ਮੋਦੀ ਸਰਕਾਰ ਦੇ ਕੁਝ ਕਾਮਿਆਂ ਦਾ ਕਰਕੇ ਕਿਸਾਨ ਵਿਰੋਧੀ ਸਮਝਿਆ ਜਾਂਦਾ ਸੀ। ਔਰ ਹੁਣ ਉਹ ਮਿਸ਼ਨ ਦੇ ਉੱਤੇ ਆਮ ਜਨਤਾ ਦੇ ਵਿੱਚ ਖਾਸ ਤੌਰ ਤੇ ਕਿਸਾਨਾਂ ਦੇ ਵਿੱਚ ਪੂਰੀ ਤਰ੍ਹਾਂ ਲੱਗ ਗਈ ਹੈ ਕਿ ਇਹ ਜੋ ਵੀ ਫੈਸਲਾ ਕਰਦੇ ਆ ਉਹ ਕਿਸਾਨ ਵਿਰੋਧੀ ਕਰਦੇ ਆ, ਕਿਉਂਕਿ ਇਹਨਾਂ ਦੀ ਪਾਰਟੀ ਜਿਹੜੀ ਹੈ ਉਹ ਤਾਂ ਵਪਾਰੀਆਂ ਨਾਲ ਜੁੜੀ ਹੋਈ ਹੈ, ਵੱਡੇ ਕਾਰਪੋਰੇਟ ਹਾਊਸ ਨਾਲ ਜੁੜੀ ਹੋਈ ਹੈ। ਔਰ ਸ਼ਹਿਰਾਂ ਦੇ ਵਿੱਚ ਇਹਨਾਂ ਦਾ ਬੇਸ ਹੈਗਾ, ਕਿਸਾਨਾਂ ਤੋਂ ਇਹਨਾਂ ਨੇ ਕੋਈ ਪਿੰਡਾਂ ਵਿੱਚ ਨਹੀਂ ਜਾਣਾ। ਹੁਣ ਭਾਜਪਾ ਦੀ ਹਾਲਤ ਹੈ ਕਿ ਇਹ ਪਹਿਲੇ ਇਹ ਸੁਪਨੇ ਲੈਂਦੇ ਸੀ ਕਿ ਅਸੀਂ ਜੀ ਹੁਣ ਪੰਜਾਬ ਦੇ ਵਿੱਚ ਇਕੱਲੇ ਆਪਣੇ ਬਲਬੂਤੇ ਤੇ ਇਲੈਕਸ਼ਨ ਲੜਾਂਗੇ ਔਰ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਕੇ ਰਾਜ ਕਰਾਂਗੇ। ਉਹ ਆਪਣੇ ਤਾਂ ਇੱਕ ਤਰ੍ਹਾਂ ਦੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਮੇਰੀ ਹੁਣ ਹਾਲਤ ਮੇਰੀ ਇਹਦੇ ਵਿੱਚ ਪਛੀਨ ਗੋਈ ਹੈ ਕਿ ਜਗਤਾਰ ਜੀ ਜਿਸਲੇ ਆਉਂਦੇ ਹੈ ਤਾਂ 117 ਸੀਟਾਂ ਲਈ ਇਹਨਾਂ ਨੂੰ ਕੋਈ ਕੈਂਡੀ ਲੱਭਣੇ। 23 ਸੀਟਾਂ ਲੜਦੇ ਸੀ, 23 ਤੇ ਹੁਣ 117 ਦੇ ਜੰਪ ਮਾਰਨਾ, ਪਹਿਲਾਂ ਨੂੰ ਕੋਈ ਕੈਂਡੀਡੇਟ ਨਹੀਂ ਲੱਭਣੇ। ਔਰ ਜੇ ਕਿਸੇ ਪਾਰਟੀ ਨਾਲ ਅੱਗੇ ਅੰਦਰ ਖਾਤੇ ਹੱਥ ਮਿਲਾ ਕੇ ਕਰਦੇ ਵੀ ਹੈ, ਇਹਨਾਂ ਦੀ ਹਾਲਤ ਜਿਹੜੀ ਹੈ ਬਹੁਤ ਬੁਰੀ ਹੋਣੀ ਹੈ। ਕਿਸਾਨ ਜਿਹੜੇ ਹੈ ਉਹਨਾਂ ਨੇ ਅਨਾਉਂਸ ਕਰਤਾ ਹੈ ਇੱਕ ਸੈਕਿੰਡ में ਹੋਇਆ ਕਿ ਕਿਸਾਨਾਂ ਨੇ ਕਈ ਪਿੰਡਾਂ ਦੇ ਵਿੱਚ ਨੋਟਿਸ ਲਾਤੇ ਹੈ ਤੇ ਇੱਕ ਭਾਜਪਾ ਦੇ ਕਿਸੇ ਵੀ ਬੰਦੇ ਦਾ ਵੜਨਾ ਮਨਾ ਹੈ। ਔਰ ਇਸ ਤੋਂ ਇਲਾਵਾ ਹੁਣ ਉਹ ਭਾਜਪਾ ਦੇ ਜਿਹੜੇ ਕਾਰਜਕਰਤਾ ਹੈ, ਨੇਤਾ ਹੈ, ਹੋਰ ਜੋ ਕੋਈ ਵੀ ਇਹਨਾਂ ਦੇ MLA ਹੈ, ਉਹਨਾਂ ਦੇ ਘਰਾਂ ਦਾ ਘਿਰਾਓ ਕਰਨ ਦਾ ਔਰ ਉਹਦੇ ਖਾਤੇ ਧਰਨਾ ਦੇ ਐਲਾਨ ਕਰ ਦਿੱਤਾ ਹੈ। ਇਹਨਾਂ ਹਾਲਾਤ ਦੇ ਵਿੱਚ ਤੁਸੀਂ ਵੀ ਨਹੀਂ ਇਹ ਦੇਖੋ ਕਿ ਕਿਹੜਾ ਭਾਜਪਾ ਨੇਤਾ ਹੈ ਜਿਹ 'ਚ ਇੰਨੀ ਜ਼ਰੂਰਤ ਹੈ ਤੇ ਘਰੋਂ ਨਿਕਲ ਕੇ ਲੋਕਾਂ ਦੇ ਵਿੱਚ ਪ੍ਰਚਾਰ ਕਰੇ ਕਿ ਜੀ ਇਹ ਜੋ ਸਟੈਪ ਲਏ ਹੈ ਇਹ ਕਿਸਾਨ ਵੀ ਨਹੀਂ,
ਇਹ ਕਿਸਾਨਾਂ ਦੇ ਹਿੱਤ ਵਿੱਚ ਹੈ। ਕੋਈ ਇਹਨਾਂ ਦੀ ਬਿਲਕੁਲ, ਗੱਲ thank you, ਸੁਣਨ ਪ੍ਰੈਸ ਵਾਲਾ ਜੀ। ਨਹੀਂ ਹੋਏਗਾ। ਜੀ ਪ੍ਰੈਸ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮਚ। ਜਸਪਾਲ ਢਿੱਲੋਂ, ਤੁਸੀਂ ਵੀ ਫੀਲਡ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਪੰਜਾਬ ਦੀਆਂ ਜਿਹੜੀਆਂ ਰਾਜਸੀ ਧਿਰਾਂ ਹੈ ਉਹਨਾਂ ਦੀ ਸਮੀਖਿਆ, ਉਹਨਾਂ ਦੀ ਰਿਪੋਰਟਿੰਗ ਕਰਦੇ ਆ ਰਹੇ ਹੋ। ਕਿਸਾਨੀ ਅੰਦੋਲਨ ਕਰਕੇ ਜਿਹੜੀ ਪੰਜਾਬ ਦੀ ਇਸ ਵੇਲੇ ਮੌਜੂਦਾ ਸਥਿਤੀ ਬਣੀ, ਜਿੱਦਾਂ ਪ੍ਰਾਸ਼ੀ ਜੀ ਨੇ ਕਿਹਾ ਕਿ ਬਹੁਤ ਵੱਡੀ ਸਵਾਲੀਆ ਨਿਸ਼ਾਨ ਅਕਾਲੀ ਦਲ ਤੇ ਭਾਜਪਾ ਦੇ ਰਾਜਸੀ ਭਵਿੱਖ ਤੇ ਲੱਗ ਚੁੱਕਾ ਹੈ। ਖਾਸ ਤੌਰ ਤੇ ਜਦੋਂ ਆਪਾਂ ਭਾਜਪਾ ਦੀ ਵੀ ਗੱਲ ਕਰਦੇ ਹਾਂ, ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਮੰਤਰੀਆਂ ਦੇ ਘਰਾਂ ਦੇ ਘਰਾਓ, ਜਿਹੜੇ ਸਾਬਕਾ ਮੰਤਰੀ ਰਹੇ ਆ, ਜਿਹੜੇ ਮੌਜੂਦਾ ਕੇਂਦਰ ਦੇ ਵਿੱਚ ਬੈਠੇ ਆ, ਦੂਜੇ ਜਿਹੜੇ ਹੋਰ ਨੇਤਾ ਹੈਗੇ ਆ। ਚਲੋ ਜੀ, ਮੈਂ ਤੁਸੀਂ ਆਪਣੀ ਗੱਲ ਕਹਿਣ ਤੋਂ ਪਹਿਲਾਂ ਤੁਹਾਡੀ ਗੱਲ ਦੇ ਵਿੱਚ ਜਾਣਕਾਰੀ ਲਈ ਵਾਧਾ ਕਰਨਾ ਚਾਹੁੰਦਾ ਹਾਂ। ਮੈਂ ਖੁਦ ਜਿਹੜਾ ਕਈ ਭਾਜਪਾ ਆਗੂਆਂ ਨਾਲ ਇਹਨਾਂ ਮੁੱਦਿਆਂ ਤੇ ਆਉਣ ਲਈ, ਚਰਚਾ ਕਰਨ ਲਈ ਜ਼ਿਕਰ ਕਰਦਾ ਰਿਹਾ ਪਿਛਲੇ ਦਿਨਾਂ 'ਚ। ਭਾਜਪਾ ਨੂੰ ਪੰਜਾਬ ਦੇ ਅੰਦਰ ਬਹੁਤ ਔਖਾ ਹੋਇਆ ਪਿਆ ਹੈ ਕਿਸਾਨੀ ਅੰਦੋਲਨ ਦੇ ਮੁੱਦੇ ਤੇ ਨਰਿੰਦਰ ਮੋਦੀ ਦੇ ਜਿਹੜੇ ਫੈਸਲੇ ਆ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ। ਕਿਵੇਂ ਤੁਸੀਂ ਇਹ ਸਾਰੀ ਸਥਿਤੀ ਨੂੰ ਦੇਖ ਰਹੇ ਹੋ ਢਿੱਲੋਂ ਸਾਹਿਬ? ਜਗਤਾਰ ਜੀ, ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਮੋਦੀ ਸਾਹਿਬ ਨੇ ਜਿਹੜਾ ਇਹ ਕੰਮ ਕੀਤਾ ਉਹ ਤੁਗਲਕੀ ਫਰਮਾਨ ਸੁਣਾਏ ਨੇ, ਕਿਸੇ ਨਾਲ ਕੋਈ ਰਾਏ ਮਸ਼ਵਰਾ ਨਹੀਂ ਕੀਤਾ ਜੀ। 31 ਜਥੇਬੰਦੀਆਂ ਪੰਜਾਬ ਦੀਆਂ ਨੇ ਤੇ 251 ਜਥੇਬੰਦੀਆਂ ਹਿੰਦੁਸਤਾਨ ਦੀਆਂ ਨੇ, ਜਿਨ੍ਹਾਂ ਦੇ ਉੱਤੇ ਇਹ ਕਾਨੂੰਨ ਲਾਗੂ ਹੋਣਾ ਸੀ, ਜਿਨ੍ਹਾਂ ਨੂੰ ਇਹ ਕਹਿ ਰਹੇ ਨੇ ਕਿ ਕਿਸਾਨ ਦਾ ਫਾਇਦਾ ਹੀ ਬੜਾ ਹੋਣਾ ਹੈਗਾ। ਉਹ ਕਿਸਾਨ ਕਹਿ ਰਿਹਾ ਕਿ ਸਾਡੇ ਤਾਂ ਇਹਦਾ ਨੁਕਸਾਨ ਹੋਣਾ ਹੈ। ਇੱਕ ਤਾਜ਼ਾ ਬਹੁਤ ਵੱਡੀ ਸਥਿਤੀ ਹਰਿਆਣੇ ਦੀ ਦੇਖੋ। ਇੱਕ ਪਾਸੇ ਇਹਨਾਂ ਆਰਡੀਨੈਂਸਾਂ ਦੇ ਵਿੱਚ ਜਿਹੜੇ ਕਾਨੂੰਨ ਬਣ ਗਏ ਨੇ, ਕਿਹਾ ਜਾ ਰਿਹਾ ਕਿ ਤੁਸੀਂ ਆਪਣੀ ਫਸਲ ਜਿੱਥੇ ਮਰਜ਼ੀ ਲਿਜਾ ਕੇ ਵੇਚੋ। ਹਰਿਆਣੇ ਦੇ ਮਨੋਹਰ ਲਾਲ ਖੱਟੜ ਨੇ ਦੂਜੇ ਰਾਜਾਂ ਦੀ ਹਰਿਆਣੇ 'ਚ ਫਸਲ ਵੇਚਣ ਤੇ ਪਾਬੰਦੀ ਲਾ ਦਿੱਤੀ ਹੈ। ਤੇ ਜੇ ਇਹ ਆਰਡੀਨੈਂਸ ਜਿਹੜੇ ਬਿੱਲ ਬਣੇ ਨੇ, ਕੀ ਇਹ ਹਰਿਆਣੇ 'ਚ ਲਾਗੂ ਨਹੀਂ ਹੁੰਦੇ? ਜੇ ਤੁਸੀਂ ਅਜੇ ਤਾਂ ਉਹਦੇ 'ਚੋਂ ਪੂਣੀ ਨਹੀਂ ਕੱਟੀ, ਪਹਿਲਾਂ ਹੀ ਤੁਸੀਂ ਉਸ ਕਿਸਮ ਦਾ ਦਿਖਾਉਣਾ ਸ਼ੁਰੂ ਕਰ ਦਿੱਤਾ। ਅੱਜ ਜਿਹੜੀ ਸਥਿਤੀ ਹੈ ਭਾਰਤੀ ਜਨਤਾ ਪਾਰਟੀ ਦੀ, ਜਿਵੇਂ ਪ੍ਰਾਸ਼ਰ ਜੀ ਨੇ ਕਿਹਾ ਹੈਗਾ, ਬਹੁਤ ਜ਼ਿਆਦਾ ਨਾਜ਼ੁਕ ਬਣ ਚੁੱਕੀ ਹੈ। ਮੈਂ ਤੁਹਾਡੇ ਗਿਆਨ 'ਚ ਵਾਧਾ ਕਰਾਂ, ਅੱਜ ਹੀ ਸਵੇਰੇ ਮੈਨੂੰ ਰਾਮਪੁਰੇ ਤੋਂ ਫੋਨ ਆਇਆ, ਉੱਥੇ 3 ਪੰਪ ਨੇ ਰਿਲਾਇੰਸ ਦੇ ਪੰਪਾਂ ਦੇ ਉੱਤੇ ਕਿਸਾਨਾਂ ਨੇ ਟਰਾਲੀਆਂ ਲਾਤੀਆਂ ਕਿ ਇਹਨਾਂ ਪੰਪਾਂ ਤੋਂ ਕੋਈ ਬੰਦਾ ਤੇਲ ਨਹੀਂ ਪਵਾਏਗਾ। ਇਸ ਤੋਂ ਇਲਾਵਾ ਕਈ ਟੋਲ ਟੈਕਸ ਖਤਮ ਕਰਤੇ, ਉੱਥੇ ਟੋਲ ਟੈਕਸਾਂ ਤੇ ਕਿਸਾਨ ਧਰਨੇ ਦੇ ਕੇ ਬਹਿ ਗਏ ਕਿ ਇਹਨੂੰ ਖਤਮ ਕਰੋ, ਇਹਦੇ ਨਾਲ ਪੰਜਾਬੀਆਂ ਦੀ ਲੁੱਟ ਹੋ ਰਹੀ ਹੈ। ਤੀਜੀ ਚੀਜ਼, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ, ਤੁਸੀਂ ਦੇਖਿਆ ਕਰਨਾਲ ਦੇ ਵਿੱਚ ਉਹਨਾਂ ਦੇ ਇੱਕ MP ਦੇ ਨਾਲ ਕੀ ਕੁਝ ਵਾਪਰਿਆ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੋਮ ਪ੍ਰਕਾਸ਼ ਹੋਰੀ ਜਾਂ ਹੋਰ ਇਹਦੇ ਹੱਕ ਦੇ ਵਿੱਚ ਡਟੇ ਹੋਏ ਨੇ। ਇਹ ਪਹਿਲਾਂ ਅਕਾਲੀ ਦਲ ਦੇ ਘਦਾੜੇ ਦੇ ਰਾਹੀਂ ਵਿਧਾਨ ਸਭਾ 'ਚ ਪਹੁੰਚਦੇ ਸੀ। ਜੇ ਕੱਲੀ ਸਥਿਤੀ ਦੇਖ ਲਓ ਤਾਂ 1 ਜਾਂ 2 ਸੀਟਾਂ ਨੂੰ ਛੱਡ ਕੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਵਾਲਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਜ਼ਮਾਨਤਾਂ ਨਹੀਂ ਬਚਾ ਸਕਦੀਆਂ ਉਹਨਾਂ ਨੇ। ਇਹਨਾਂ ਅਕਾਲੀਆਂ ਨੇ ਅਸਲ ਦੇ ਵਿੱਚ ਆਪਣੀ ਕੁਰਸੀ ਖਾਤਰ 12 ਦਸੰਬਰ 1996 ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਕੀਤਾ। ਭਾਵੇਂ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅੱਡੀਆਂ ਚੱਕ ਕੇ ਅਜੇ ਵੀ ਉਹਨਾਂ ਨੂੰ ਜਾਂ ਤਾਂ ਜਿਹੜੇ ਆਸੇ-ਪਾਸੇ ਵਾਲੇ ਸਲਾਹਕਾਰ ਆ ਕੁਝ ਦੱਸਦੇ ਨਹੀਂ ਕਿ ਅਸੀਂ ਸਭ ਤੋਂ ਪੁਰਾਣੇ ਅਲਾਇੰਸ ਆ, ਇਹਨਾਂ ਦੇ ਪਾਰਟਨਰ ਹੈ। ਉਹਨਾਂ ਤੋਂ ਪਹਿਲਾਂ ਸ਼ਿਵ ਸੈਨਾ ਸੀ। ਸ਼ਿਵ ਸੈਨਾ ਤਾਂ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ 96 'ਚ ਬਣ ਕੇ ਸਰਕਾਰ ਵੀ ਬਣਾ ਚੁੱਕੀ ਸੀ। ਅੱਜ ਦੀ ਸਥਿਤੀ ਦੇ ਵਿੱਚ ਕੀ ਨਰਿੰਦਰ ਮੋਦੀ ਨੇ ਇਹ ਆਰਡੀਨੈਂਸ ਪਾਸ ਕਰਨ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਬੈਠ ਕੇ ਗੱਲ ਕੀਤੀ, ਜਿਨ੍ਹਾਂ ਤੇ ਇਹਨਾਂ ਕਾਨੂੰਨਾਂ ਦਾ ਸਿੱਧਾ ਅਸਰ ਹੋਣਾ ਸੀ? ਤੁਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ। ਇੱਕ ਜਗਤਾਰ ਜੀ, ਪੰਜਾਬੀ ਦੀ ਕਹਾਵਤ ਹੈ ਕਿ ਜਦੋਂ ਅੱਤ ਚੱਕੀ ਜਾਵੇ ਨਾ, ਅੱਤ ਸਿਖਰ ਤੇ ਪਹੁੰਚ ਜੇ, ਤੇ ਜਿਵੇਂ ਆਤਿਸ਼ਬਾਜ਼ੀ ਚੜ੍ਹਦੀ ਹੁੰਦੀ ਆ, ਆਤਿਸ਼ਬਾਜ਼ੀ ਚੜ੍ਹਦੀ ਸਿਖਰ ਤੇ ਜਾ ਕੇ ਇੱਕ ਪਟਾਕਾ ਪਾਉਂਦੀ ਹੈ। ਪਟਾਕਾ ਪਾਉਣ ਤੋਂ ਬਾਅਦ ਧੜਮ ਦੇ ਨੇ ਥੱਲੇ ਡਿੱਗਦੀ ਹੈ। ਜਿਹੜੀ ਭਾਰਤੀ ਜਨਤਾ ਪਾਰਟੀ ਇਸ ਹੰਕਾਰ ਦੇ ਘੋੜੇ ਤੇ ਸਵਾਰ ਸੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਕਰਨਾ ਹੈ। ਜੇ ਤੁਸੀਂ ਦੇਖੋ ਮੱਧ ਪ੍ਰਦੇਸ਼ ਦੇ ਵਿੱਚ ਜੋ ਵਾਪਰਿਆ, ਉੱਥੇ ਲੋਕ ਭਾਵਨਾਵਾਂ ਦੇ ਉਲਟ, ਜਦੋਂ ਕਿ ਕਾਂਗਰਸ ਨੇ ਉਸ ਨੂੰ ਸਹੀ ਤਰੀਕੇ ਦੇ ਨਾਲ ਹੈਂਡਲ ਨਹੀਂ ਕੀਤਾ। ਕਾਂਗਰਸ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਹੈ, ਇਹਨੇ ਸੱਤਾ ਹਥਿਆਈ। ਉਦੋਂ ਬਾਅਦ ਰਾਜਸਥਾਨ 'ਚੋਂ ਫਾਰਮੂਲਾ ਕਾਮਯਾਬ ਨਾ ਹੋਇਆ, ਪੰਜਾਬ 'ਚ ਤਾਂ ਕਿੱਥੋਂ ਹੋਣਾ ਸੀ। ਪੰਜਾਬ ਦੇ ਵਿੱਚ ਇਹ ਜਿਹੜੀਆਂ ਕਿਸਾਨ ਅੰਦੋਲਨ ਇਸ ਵੇਲੇ ਚੱਲ ਰਿਹਾ ਹੈ, ਜੇ ਤੁਹਾਡੇ 'ਚੋਂ ਕਿਸੇ ਨੇ ਸ਼ੰਭੂ ਦੇਖਿਆ ਹੋਵੇ, ਮੈਂ ਉੱਥੇ 7-8 ਘੰਟੇ ਉਸ ਦਿਨ ਰਿਹਾ।
ਉਹਨਾਂ ਨੇ ਬਾਰ-ਬਾਰ ਅਨਾਉਂਸਮੈਂਟ ਕੀਤੀ ਸੀ, ਹਾਲਾਂਕਿ ਕੁਝ ਅਕਾਲੀ ਆਗੂ ਉੱਥੇ ਫਿਰਦੇ ਸੀ ਕਿ ਮੰਚ ਦੇ ਉੱਤੇ ਕੋਈ ਰਾਜਸੀ ਪਾਰਟੀ ਦਾ ਆਗੂ ਆਉਣ ਦਾ ਯਤਨ ਨਾ ਕਰੇ। ਭਾਰਤੀ ਜਨਤਾ ਪਾਰਟੀ ਨੂੰ ਸਮਝਣਾ ਚਾਹੀਦਾ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਨਾਲ ਇਹ ਦੇਸ਼ ਜਿਹੜਾ ਠੂਠਾ ਮੰਗ ਕੇ ਦੂਜੇ ਦੇਸ਼ਾਂ ਤੋਂ ਕਣਕ ਤੇ ਚਾਵਲ ਲਿਆਉਂਦਾ ਸੀ, ਸਾਡੇ ਕਿਸਾਨ ਨੇ ਇਸ ਨੂੰ ਆਤਮ ਨਿਰਭਰ ਬਣਾਇਆ। ਲਾਲ ਬਹਾਦਰ ਸ਼ਾਸਤਰੀ ਨੇ ਜਦੋਂ ਨਾਅਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ, ਇਹਨਾਂ ਨੇ ਜਵਾਨ ਦੇ ਨਾਲ ਵੀ ਧੋਖਾ ਕੀਤਾ ਤੇ ਇਹਨਾਂ ਨੇ ਕਿਸਾਨ ਦੇ ਨਾਲ ਵੀ ਧੋਖਾ ਕੀਤਾ। ਅੱਜ ਸਾਰੇ ਪਾਸਿਓਂ ਬੁਰੀ ਤਰ੍ਹਾਂ ਇਹ ਜਦੋਂ ਫਸ ਗਏ ਨੇ ਨਾ, ਤਾਂ ਉਸ ਵੇਲੇ ਇਹਨਾਂ ਨੂੰ ਹੁਣ ਜ਼ਮੀਨ ਨਜ਼ਰ ਨਹੀਂ ਆਉਂਦੀ। ਜਿਵੇਂ ਜਿਵੇਂ ਕਿਸਾਨਾਂ ਨੇ ਕਹਿਤਾ ਕਿ ਅੱਜ ਤੋਂ ਪਟੜੀਆਂ ਦੇ ਉੱਤੇ ਅਸੀਂ ਦੁਬਾਰਾ ਬੈਠਾਂਗੇ, ਕਈ ਥਾਵਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਮਿਊਨਿਸਪੈਲਿਟੀ ਦੀਆਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਆ ਰਹੀਆਂ ਨੇ, ਤੁਸੀਂ ਦੇਖਿਓ ਉਹਦੇ ਵਿੱਚ ਅਕਾਲੀ ਦਾ ਭਾਵੇਂ 1-2 ਸੀਟਾਂ ਲੈ ਜਾਣ, ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਆਪਣੇ ਆਪ ਨੂੰ ਸ਼ਹਿਰੀਏ ਕਹਾਉਂਦੇ ਆ, ਆਪਣੇ ਆਪ ਨੂੰ ਸ਼ਹਿਰਾਂ ਦੀ ਪਾਰਟੀ ਕਹਾਉਂਦੇ ਆ, ਅੱਜ ਉਹੀ ਵਪਾਰੀ ਮੋਦੀ ਨੂੰ ਪਿੱਟ ਰਿਹਾ ਹੈ, ਮੋਦੀ ਤੇ ਤੰਗ ਕੱਸ ਰਿਹਾ ਹੈ ਕਿ ਮੋਦੀ ਸਾਹਿਬ ਜੇ ਇਹ ਪਤਾ ਹੁੰਦਾ ਕਿ ਤੁਸੀਂ ਇਸ ਤਰ੍ਹਾਂ ਗਲਾ ਘੁੱਟਣਾ ਹੈ, 4 ਕਰੋੜ ਇਸ ਕਰੋਨਾ ਮਹਾਮਾਰੀ ਦੇ ਵਿੱਚ ਨੌਕਰੀਆਂ ਚਲੀਆਂ ਗਈਆਂ, ਭਾਵ 4 ਕਰੋੜ ਪਰਿਵਾਰ, ਲਗਭਗ 40 ਕਰੋੜ ਦੇ ਕਰੀਬ ਬੰਦਾ ਜਿਹੜਾ ਹੈਗਾ, ਇੱਕ ਘਰ ਦਾ ਜੇ 5-5-7 ਬੰਦੇ ਵੀ ਲਈਏ, 5-5 ਬੰਦੇ ਵੀ ਲੈ ਲਈਏ ਤਾਂ 20 ਕਰੋੜ ਹੋ ਗਿਆ। ਉਹ ਲੋਕ ਪ੍ਰਭਾਵਿਤ ਹੋ ਗਏ ਨੇ, ਉਹਨਾਂ ਦੇ ਕੰਮ ਪ੍ਰਭਾਵਿਤ ਹੋ ਗਏ ਨੇ। ਤਾਂ ਭਾਰਤੀ ਜਨਤਾ ਪਾਰਟੀ ਕਿਹੜੇ ਗੱਲ ਕਰਕੇ ਕਹਿੰਦੀ ਹੈ ਕਿ ਅਸੀਂ ਜਿਹੜਾ ਹੈਗਾ 117 ਸੀਟਾਂ ਲੜਾਂਗੇ? ਇਹਨਾਂ ਤੋਂ ਤਾਂ ਇਹਨਾਂ ਕੋਲੇ ਤਾਂ ਆ ਜਦੋਂ ਕਾਰਪੋਰੇਸ਼ਨ ਚੋਣਾਂ ਆਉਣਗੀਆਂ, ਮਿਊਨਿਸਪੈਲਿਟੀਆਂ 'ਚ ਬੰਦੇ ਖੜਨ ਵਾਸਤੇ ਨਹੀਂ ਮਿਲਣੇ, ਜਿਵੇਂ ਲੋਕ ਇਹਨਾਂ ਤੋਂ ਭੱਜ ਰਹੇ ਨੇ। ਇਹਨਾਂ ਦੇ ਜਿਹੜੇ ਆਪਣੇ ਪਾਰਟਨਰ, ਇੱਕ ਮਿੰਟ ਜੀ, ਇਹਨਾਂ ਦੇ ਜਿਹੜੇ ਆਪਣੇ ਪਾਰਟਨਰ ਸੀ ਸ਼੍ਰੋਮਣੀ ਅਕਾਲੀ ਦਲ ਵਾਲੇ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਸਥਿਤੀ ਵਾਪਰੀ ਹੈ ਕਿ ਜਿਹੜੀਆਂ ਉਹਨਾਂ ਨੇ ਹੱਥਾਂ ਨਾਲ ਗੰਢਾਂ ਦਿੱਤੀਆਂ ਸੀ, ਅੱਜ ਦੰਦਾਂ ਨਾਲ ਖੋਲਣੀਆਂ ਪੈ ਰਹੀਆਂ ਨੇ। ਉਹਨਾਂ ਨੇ ਦੂਰਅੰਦਾਜ਼ੀ ਵਾਲੀ ਜਿਹੜੀ ਰਾਜਨੀਤੀ ਨਹੀਂ ਕੀਤੀ। 96 ਦੇ ਵਿੱਚ ਬੈਠੇ ਤਾਂ ਇਹ ਥਰਡ ਫਰੰਟ ਦੇ ਨਾਲ ਸੀ ਤੇ ਗੱਲ ਭਾਜਪਾ ਨਾਲ ਕਰਦੇ ਸੀ। 97 ਦੇ ਵਿੱਚ ਜਾ ਕੇ ਇਸ ਕਰਕੇ ਅਕਾਲੀ ਦਲ ਨੂੰ ਬਹੁਤ ਮਾੜੀ ਸਥਿਤੀ 'ਚ ਚੱਲ ਰਿਹਾ। ਪਿੰਡਾਂ ਦੇ ਵਿੱਚ ਇਹਨਾਂ ਨੂੰ ਕੋਈ ਵੜਨ ਨਹੀਂ ਦੇ, ਇਹਨਾਂ ਨੂੰ ਵੀ ਨਹੀਂ ਦੇ ਰਿਹਾ। ਇਹ ਜਦੋਂ 25 ਸਤੰਬਰ ਨੂੰ ਕਿਸਾਨਾਂ ਨੇ ਬੰਦ ਕੀਤਾ, ਉਸ ਵੇਲੇ ਰੇਲਾਂ ਬੰਦ ਸੀ, ਸੜਕੀ ਆਵਾਜਾਈ ਬੰਦ ਸੀ ਤੇ ਚੱਕਾ ਜਾਮ ਫਿਰ ਕਿਹੜਾ ਕਰਨ ਲੱਗੇ ਸੀਗੇ ਵੀ ਆਹ ਚੱਕਾ। ਅੱਜ ਜਿਹੜੀ ਵੀ ਸਥਿਤੀ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੱਲਦਾ ਹੈ, ਉਹਨੂੰ ਹਰ ਗੱਲ ਪੁੱਠੀ ਪੈ ਰਹੀ ਹੈ। ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਮਾੜਾ ਵਕਤ ਆਵੇ ਨਾ, ਉਦੋਂ ਬੋਤੇ ਤੇ ਬੈਠੇ ਨੂੰ ਕੁੱਤੇ ਵੱਢਣ ਲੱਗ ਜਾਂਦੇ ਨੇ। ਅਕਾਲੀਆਂ ਨੂੰ ਤਾਂ ਹੁਣ ਕੁੱਤੇ ਤੇ ਖੜਿਆਂ ਨੂੰ ਕੁੱਤੇ ਵੱਢੀ ਜਾਂਦੇ ਆ। ਥੈਂਕ ਯੂ ਵੈਰੀ ਮਚ। ਤੁਸੀਂ ਬਹੁਤ ਇੱਕ ਪੰਜਾਬੀ ਕਹਾਵਤ ਦੇ ਨਾਲ ਤੋੜਾ ਝਾੜਿਆ। ਹਰਪਾਲ ਜੀ, ਤੁਹਾਡਾ ਵੀ ਜਿਹੜਾ ਹੈਗਾ, ਜਿੱਥੋਂ ਤੱਕ ਪੰਜਾਬ ਨੂੰ ਕਵਰ ਕਰਨ ਦਾ ਸਵਾਲ ਹੈ, ਜਰਨਲਿਸਟ ਦੇ ਤੌਰ ਤੇ ਬੜਾ ਲੰਬਾ ਤਜਰਬਾ ਹੈ। ਆਪ ਤੁਸੀਂ ਜਿੱਦਾਂ ਢਿੱਲੋਂ ਸਾਹਿਬ ਕਹਿ ਰਹੇ ਹੋ, ਉਸ ਖਿੱਤੇ ਨਾਲ ਸੰਬੰਧ ਵੀ ਰੱਖਦੇ ਹੋ, ਮਾਲਵੇ ਨਾਲ, ਜਿਹੜਾ ਅਕਾਲੀ ਦਲ ਦਾ ਬਿਲਕੁਲ ਮੈਂ ਕਹਾਂਗਾ ਕਿ ਜ਼ਮੀਨੀ ਆਧਾਰ ਹੈਗਾ। ਪਰ ਜੋ ਨਰਿੰਦਰ ਮੋਦੀ ਨੇ ਫੈਸਲਾ, ਜਿੱਦਾਂ ਪ੍ਰਾਸ਼ੀ ਜੀ ਨੇ ਕਿਹਾ, ਜਸਪਾਲ ਜੀ ਨੇ ਕਿਹਾ, ਖੇਤੀ ਬਿੱਲਾਂ ਦੇ ਬਾਰੇ 'ਚ ਜੋ ਫੈਸਲੇ ਲਏ ਹੈ, ਕਿੱਦਾਂ ਰੋਲ ਤੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇੱਕ ਦੂਜੇ ਨੂੰ ਵਗਾ ਕੇ ਵੀ ਸੁੱਟਦੇ ਆ, ਪਰ ਲੋਕ ਦੋਨਾਂ ਤਰ੍ਹਾਂ ਨੇ ਵਗਾ ਕੇ ਸੁੱਟ ਰਹੇ ਹੈ। ਇਸ ਸਥਿਤੀ ਤੇ ਹਰਪਾਲ ਜੀ ਤੁਸੀਂ ਕਿਵੇਂ ਦੇਖ ਰਹੇ ਹੋ ਪੰਜਾਬ ਨੂੰ? ਸਿੱਧੂ ਸਾਹਿਬ, ਅਸਲ ਦੇ ਵਿੱਚ ਪ੍ਰਾਸ਼ਰ ਸਾਹਿਬ ਨੇ ਤੇ ਢਿੱਲੋਂ ਸਾਹਿਬ ਨੇ ਬੜੇ ਵਿਸਥਾਰ ਦੇ ਵਿੱਚ ਇਹ ਜਿਹੜੀ ਸਾਰੀ ਸਥਿਤੀ ਆ, ਹਾਲਾਤ ਦੇ ਉੱਤੇ ਇਹਨਾਂ ਨੇ ਗੱਲ ਕਰ ਲਈ ਹੈ। ਤੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਵੀ ਕਿਹਾ ਕਿ ਜਦੋਂ ਲੋਕ ਸਭਾ ਚੋਣਾਂ ਤੋਂ ਬਾਅਦ 1996 ਦੇ ਵਿੱਚ ਜਦੋਂ ਸਰਕਾਰ ਬਣਨੀ ਸੀ ਪਾਰਲੀਮੈਂਟ ਦੇ ਕੇਂਦਰ ਦੇ ਵਿੱਚ, ਤੇ ਇੱਕੋ ਦਮ ਇਲਹਾਮ ਹੋ ਗਿਆ ਅਕਾਲੀ ਦਲ ਨੂੰ ਵੀ, ਹਾਲਾਂਕਿ ਉਦੋਂ ਭਾਰਤੀ ਜਨਤਾ ਪਾਰਟੀ ਮਤਲਬ ਕਿ ਮਾਈਨੋਰਟੀ ਦੇ ਵਿੱਚ ਸੀ ਪਾਰਲੀਮੈਂਟ ਦੇ ਵਿੱਚ, ਪਤਾ ਸੀ ਵੀ ਉਹਨੂੰ ਬਹੁਮਤ ਨਹੀਂ ਮਿਲੇਗਾ, ਸਿਰਫ 13 ਦਿਨ ਸਰਕਾਰ ਰਹਿ ਸਕੀ ਸੀ। ਤੇ ਉਸ ਵੇਲੇ ਮਤਲਬ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਰਾਤੋਂ ਰਾਤ ਪਤਾ ਨਹੀਂ ਕਿਵੇਂ ਇਹ ਸਮਝ ਲਿਆ ਵੀ ਆਪਾਂ ਬੀਜੇਪੀ ਨੂੰ ਸਪੋਰਟ ਕਰੀਏ, ਤੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਜਿਹੜੀ ਹੈ ਉਹ ਕੀਤੀ। ਤੇ ਉਸੇ ਵੇਲੇ ਤੋਂ ਇਹ ਨਾਰਾ ਇੱਕ ਸ਼ੁਰੂ ਹੋ ਗਿਆ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ 9 ਮਾਸ ਦਾ ਰਿਸ਼ਤਾ ਹੈ, ਇਹ ਵੀ ਨਹੀਂ, ਇੱਥੋਂ ਅੱਗੇ ਵੱਧ ਕੇ ਜਿਹੜੀ ਗੱਲ ਕੀਤੀ ਕਿ ਇਹ ਅਸਲ ਦੇ ਵਿੱਚ ਹਿੰਦੂ ਤੇ ਸਿੱਖਾਂ ਦਾ ਜਿਹੜਾ ਹੈਗਾ ਉਹਨਾਂ ਦੇ ਰਿਸ਼ਤੇ ਦਾ ਇਹ ਪ੍ਰਤੀਕ ਬਣ ਗਿਆ, ਜਿਹੜਾ ਇਹ ਗੱਠਜੋੜ ਹੈ। ਮੈਂ ਸਮਝਦਾ ਕਿ ਇਹ ਗੱਲ, ਹਾਂਜੀ, ਮੈਂ ਸਮਝਦਾ ਇਹ ਗੱਲ ਉਸ ਵੇਲੇ ਵੀ ਖਤਰਨਾਕ ਸੀ ਤੇ ਹੁਣ ਉਸ ਤੋਂ ਵੀ ਵੱਧ ਖਤਰਨਾਕ ਹੋਰ ਨਿਬੜੀ ਹੈ।
ਜੇ ਚਲੋ ਮੈਂ ਸਮਝਦਾ ਅਕਾਲੀ ਦਲ ਨੇ ਬੀਜੇਪੀ ਨੂੰ ਹਮਾਇਤ ਦੇਣ ਵੇਲੇ ਇਹ ਬਿਆਨ ਦਿੱਤੇ ਜਾਂ ਇਹ ਕਿਹਾ, ਅਕਸਰ ਸਟੇਜਾਂ ਤੇ ਬਾਅਦ ਚ ਵੀ ਕਹਿੰਦੇ ਰਹੇ, ਆਪਣੀਆਂ ਰੈਲੀਆਂ ਚ ਵੀ ਕਹਿੰਦੇ ਰਹੇ, ਤੇ ਇੱਕ ਦੂਜੇ ਲੀਡਰ ਦੀ ਖੁਸ਼ਾਮਦੀ ਵਾਸਤੇ ਵੀ ਇਹ ਗੱਲਾਂ ਕਹਿੰਦੇ ਰਹੇ। ਮੈਂ ਸਮਝਦਾ ਕਿ ਜੇ ਹੁਣ ਅਕਾਲੀ ਦਲ ਨੇ ਗੱਠਜੋੜ ਤੋੜ ਲਿਆ ਬੀਜੇਪੀ ਨਾਲੋਂ, ਕੀ ਹਿੰਦੂ ਸਿੱਖ ਦਾ 9 ਮਾਰਚ ਦਾ ਰਿਸ਼ਤਾ ਖਤਮ ਹੋ ਗਿਆ? ਮੈਂ ਸਮਝਦਾ ਪੋਲੀਟੀਕਲੀ ਇਹ ਗੱਲ ਇੰਨੀ ਖਤਰਨਾਕ ਹੈ, ਤੇ ਕਿਉਂਕਿ ਬੀਜੇਪੀ ਨੂੰ ਵੀ, ਕਿਉਂਕਿ ਬੀਜੇਪੀ ਜਨਸੰਘ ਚੋਂ ਨਿਕਲੀ ਹੋਈ ਹੈ ਆਪਣੀ ਪੇਰੈਂਟ ਪਾਰਟੀ ਦੇ ਵਿੱਚੋਂ, ਤੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਇੱਕ ਨਖੇੜ ਕੇ ਰੱਖ ਦਿੱਤਾ ਗਿਆ ਕਿ ਹਿੰਦੂਆਂ ਦੀ ਪਾਰਟੀ ਹੈ, ਤੇ ਪੂਰੇ ਦੇਸ਼ ਦੇ ਵਿੱਚ ਅਕਾਲੀ ਦਲ ਨੂੰ ਏਦਾਂ ਨਖੇੜ ਕੇ ਰੱਖ ਦਿੱਤਾ ਗਿਆ ਕਿ ਸਿੱਖਾਂ ਦੀ ਪਾਰਟੀ ਹੈ। ਹਾਲਾਂਕਿ ਜੇ ਤੁਸੀਂ ਪਿਛਲਾ ਇਤਿਹਾਸ ਦੇਖੋ ਅਕਾਲੀ ਦਲ ਦਾ, ਸਾਡੇ ਵਿਧਾਨ ਸਭਾਵਾਂ ਦਾ, ਤੇ ਸਾਡੇ ਹਿੰਦੂ ਮੰਤਰੀ ਵੀ ਰਹੇ ਨੇ ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ, ਤੇ ਇਹ ਤੁਰਨਾ ਤਾਂ ਇਸ ਪਾਸੇ ਚਾਹੀਦਾ ਸੀ ਵੀ ਜਿਵੇਂ ਦੂਸਰੀਆਂ ਪੋਲੀਟੀਕਲ ਪਾਰਟੀਆਂ ਨੇ, ਇੱਕ ਤੁਸੀਂ ਸੈਕੂਲਰ ਕਹਿੰਦੇ ਹੋ ਆਪਣੇ ਆਪ ਨੂੰ, ਪਰ ਤੁਸੀਂ ਇੱਕ ਆਪਣੇ ਆਪ ਨੂੰ ਆਇਡੈਂਟੀਫਾਈ ਕਰਕੇ ਤੁਰਦੇ ਹੋ। ਜਿਹੜੀ ਸਭ ਤੋਂ ਵੱਧ ਖਤਰਨਾਕ ਗੱਲ ਹੈ ਹੁਣ ਜਿਹੜੀ, ਕਿਉਂਕਿ ਇਹ ਸਿਚੁਏਸ਼ਨ ਤੇ ਬਹੁਤੀ ਗੱਲ ਹੋ ਗਈ ਹੈ, ਮੈਂ ਸਮਝਦਾ ਇੱਕ ਜਿਹੜੀ ਪੋਲੀਟੀਕਲ ਗੱਲ ਹੈ ਕਿ ਅਕਾਲੀ ਦਲ ਨੂੰ ਫਿਰ ਧਰਮ ਉਦੋਂ ਹੀ ਚੇਤੇ ਆ ਜਾਂਦਾ ਜਦੋਂ ਇਹਦੇ ਤੇ ਕੋਈ ਪੋਲੀਟੀਕਲ ਸੰਕਟ ਆਉਂਦਾ। ਤੇ ਹੁਣ ਤੱਕ ਤਾਂ ਬੇਅਦਬੀ ਕਾਂਡ ਦੇ ਵਿੱਚ ਹੋਰ ਇਹਨਾਂ ਦੇ ਲੀਡਰ, ਇਹਨਾਂ ਦੇ ਹੋਰ ਸਾਰੇ ਇਹਨਾਂ ਦੇ ਬਿਊਰੋਕ੍ਰੇਸੀ ਦੇ ਬੰਦੇ ਤੇ ਉਹ ਗਲਤਾਨ ਨੇ। ਹੁਣ ਇਹਨਾਂ ਨੂੰ ਅਕਾਲ ਤਖਤ ਕਿਵੇਂ ਯਾਦ ਆ ਗਿਆ ਵੀ ਮਾਰਚ ਹੁਣ ਅਕਾਲ ਤਖਤ ਤੋਂ ਕੱਢੇ ਜਾਣ? ਰਪਾਲ ਜੀ ਤੁਸੀਂ ਅਹਿਮ ਮੁੱਦੇ ਤੇ ਗੱਲ ਕਰ ਰਹੇ ਹੋ, ਮੇਰੀ ਮਜਬੂਰੀ ਹੈ ਟੈਕਨੀਕਲ ਤੌਰ ਤੇ ਬ੍ਰੇਕ ਲੈਣ ਦੀ, ਮੈਂ ਜ਼ਰੂਰ ਇਸ ਮੁੱਦੇ ਤੇ ਸਵਾਲ ਕਰਾਂਗਾ। ਹੁਣ ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਕਿਸਾਨੀ ਨਾਲ ਜੁੜੇ ਮੁੱਦੇ ਤੇ ਆ ਰਹੇ ਹਾਂ ਵਾਪਸ। ਸਾਡੇ ਸੀਨੀਅਰ ਜਰਨਲਿਸਟ ਪ੍ਰਾਸ਼ਰ ਜੀ, ਢਿੱਲੋਂ ਜੀ ਤੇ ਰਪਾਲ ਜੀ ਇਹਨਾਂ ਮੁੱਦਿਆਂ ਤੇ ਸਾਡੇ ਦੇਣਗੇ ਸਵਾਲਾਂ ਦੇ ਜਵਾਬ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਬ੍ਰੇਕ ਤੋਂ ਪਹਿਲਾਂ ਰਪਾਲ ਜੀ ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਸੀ ਕਿ ਅਕਾਲੀ ਦਲ ਜਦੋਂ ਸੰਕਟ 'ਚ ਹੁੰਦਾ ਤਾਂ ਉਹਨੂੰ ਧਰਮ ਚੇਤੇ ਆ ਜਾਂਦੇ ਹੈ, ਖਾਸ ਤੌਰ ਤੇ ਮੈਂ ਇਸ ਮੁੱਦੇ ਤੇ ਜਵਾਬ ਲੈਣਾ ਚਾਹਾਂਗਾ। ਕਿਸਾਨੀ ਦਾ ਮੁੱਦਾ ਹੈ, ਬਹੁਤ ਵੱਡਾ ਮਾਮਲਾ ਹੈ, ਕੌਮੀ ਪੱਧਰ ਤੇ ਕਿਸਾਨੀ ਧਿਰਾਂ ਲੜ ਰਹੀਆਂ, ਪੰਜਾਬ 'ਚ ਬਹੁਤ ਵੱਡਾ ਅੰਦੋਲਨ ਹੈ। ਤਾਂ ਅੱਜ ਅਕਾਲੀ ਦਲ ਨੇ ਜਿਹੜੇ ਸਾਡੇ ਵੱਖ-ਵੱਖ ਤਖਤ ਸਾਹਿਬਾਨ ਹੈ ਉੱਥੋਂ ਮਾਰਚ ਸ਼ੁਰੂ ਕੀਤੇ ਚੰਡੀਗੜ੍ਹ ਵੱਲ ਨੂੰ। ਕਈ ਧਾਰਮਿਕ ਹਸਤੀਆਂ ਨੇ ਇਸ ਗੱਲ ਦਾ ਵੈਸੇ ਹੀ ਕ੍ਰਿਟੀਸਾਈਜ਼ ਕੀਤਾ, ਆਲੋਚਨਾ ਕੀਤੀ ਹੈ ਕਿ ਮਾਰਚ ਤਾਂ ਅਕਾਲ ਤਖਤ ਸਾਹਿਬ ਵੱਲ ਨੂੰ ਜਾਂਦੇ ਹੁੰਦੇ ਬੇਨਤੀ ਕਰਨ ਦੇ ਲਈ, ਤੁਸੀਂ ਅਕਾਲ ਤਖਤ ਸਾਹਿਬ ਤੋਂ ਮਾਰਚ ਚੰਡੀਗੜ੍ਹ ਵੱਲ ਨੂੰ ਭੇਜ ਰਹੇ ਹੋ। ਇਸ ਮਾਮਲੇ ਤੇ ਵੀ ਆਲੋਚਨਾ ਹੋ ਰਹੀ ਹੈ। ਜੀ ਰਪਾਲ ਜੀ ਤੁਸੀਂ ਆਪਣੀ ਗੱਲ ਬ੍ਰੇਕ ਤੋਂ ਪਹਿਲਾਂ ਮੁਕੰਮਲ ਕਰਨਾ ਚਾਹੁੰਦੇ ਸੀ। ਹਾਂਜੀ, ਉਹ ਸਿੱਧੂ ਸਾਹਿਬ ਮੈਂ ਇਹੀ ਗੱਲ ਕਰਨੀ ਚਾਹੁੰਦਾ ਸੀ ਵੀ ਤੁਸੀਂ ਜਦੋਂ ਇਦਾਂ ਦੇ ਕੋਈ ਪੋਲੀਟੀਕਲ ਮਸਲੇ ਨੇ, ਸੋਸ਼ੀਓ ਪੋਲੀਟੀਕਲ ਮਸਲੇ ਨੇ, ਤੇ ਉੱਥੇ ਤੁਸੀਂ ਜਿਹੜਾ ਹੈ ਧਰਮ ਨੂੰ ਵਿੱਚ ਕਿਉਂ ਲੈ ਕੇ ਆਉਂਦੇ ਹੋ? ਇਹਦਾ ਮਤਲਬ ਜੇ ਤੁਸੀਂ ਤਖਤ ਸਾਹਿਬ ਤੋਂ ਕਿਸੇ ਵੀ, ਭਾਵੇਂ ਅਨੰਦਪੁਰ ਸਾਹਿਬ ਤੋਂ ਕਰੋ ਸ਼ੁਰੂ, ਭਾਵੇਂ ਦਮਦਮਾ ਸਾਹਿਬ ਤੋਂ ਕਰੋ, ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਰੋ, ਜੇ ਉੱਥੋਂ ਤੁਸੀਂ ਮਾਰਚ ਲੈ ਕੇ ਚੰਡੀਗੜ੍ਹ ਆਉਂਦੇ ਹੋ, ਇਹਦਾ ਮਤਲਬ ਜਿਹੜੀ ਤਖਤ ਸਾਹਿਬਾਨ ਦੀ ਰਿਪਰੈਜ਼ੈਂਟੇਸ਼ਨ, ਮਤਲਬ ਕਿ ਇੱਕ ਗਵਰਨਰ ਦੇ ਕੋਲੇ ਜਾ ਕੇ ਉਹ ਗਵਰਨਰ ਤੋਂ ਛੋਟੀ ਨਿਮ ਕੇ ਜਾਂਦੀ ਹੈ ਉੱਥੇ, ਕਿਉਂਕਿ ਰਿਲੀਜੀਅਸ ਜਿਹੜੀ ਤੁਹਾਡੀ ਇੱਕ ਟੈਂਪਰਲ ਸੀਟ ਹੈ ਉਹਦਾ ਰੁਤਬਾ ਜਿਹੜਾ ਬਹੁਤ ਵੱਡਾ ਹੈ, ਉਹਨੂੰ ਉਸ ਤਰੀਕੇ ਨਾਲ ਪੋਲੀਟੀਕਲੀ ਸੋਚਿਆ ਹੀ ਨਹੀਂ ਗਿਆ। ਕਿਉਂਕਿ ਅਕਾਲੀ ਦਲ ਨੇ ਸ਼ੁਰੂ ਤੋਂ, ਜਦੋਂ ਤੋਂ ਖਾਸ ਕਰਕੇ ਪਿਛਲੇ 3-4 ਦਹਾਕਿਆਂ ਤੋਂ, ਖਾਸ ਕਰਕੇ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਅਕਾਲੀ ਦਲ ਨੇ ਤਾਂ ਗਰੰਟਡ ਲੈ ਲਿਆ ਵੀ ਜਿਹੜਾ ਸਿੱਖ ਧਰਮ ਜਿਹੜਾ ਹੈ ਸਾਡੀ ਜੇਬ 'ਚ ਹੈ, SGPC ਸਾਡੀ ਜੇਬ 'ਚ ਹੈ। ਇਸ ਕਰਕੇ ਮੈਂ ਸਮਝਦਾ ਕਿ ਇਹ ਵੈਸੇ ਵੀ ਬਹੁਤ ਖਤਰਨਾਕ ਹੈ, ਧਾਰਮਿਕ ਤੌਰ ਤੇ ਵੀ ਇਹ ਗੱਲਾਂ ਬਹੁਤ ਖਤਰਨਾਕ ਨੇ, ਜਿਹੜੀਆਂ ਇਹਦੀਆਂ ਅੱਗੋਂ ਇੰਪਲੀਕੇਸ਼ਨਸ ਨੇ ਬਹੁਤ ਖਤਰਨਾਕ ਹੁੰਦੀਆਂ ਨੇ। ਚਾਹੀਦਾ ਤਾਂ ਇਹ ਸੀ ਕਿ ਅਕਾਲੀ ਦਲ, ਜੇ ਇਹਨਾਂ ਨੇ ਚਲੋ ਬੀਜੇਪੀ ਨਾਲੋਂ ਨਾਤਾ ਹੁਣ ਤੋੜ ਵੀ ਲਿਆ ਸੀ, ਜਿੱਦਾਂ ਪ੍ਰਾਸ਼ਰ ਸਾਹਿਬ ਨੇ ਦੱਸਿਆ ਵੀ ਬੜੀ ਬੇਸ਼ਰਮੀ ਦੇ ਨਾਲ ਤੇ ਬੜੇ ਉਹਦੇ ਨਾਲ ਉੱਥੋਂ ਇਹ ਵਾਪਸ ਆ ਗਏ, ਤੇ ਪਹਿਲਾਂ ਕਿਹਾ ਕਿ ਇਹ ਤਾਂ ਆਰਡੀਨੈਂਸ, ਜਦੋਂ ਆਰਡੀਨੈਂਸ ਬਣੇ ਸੀ, ਮੈਂ ਸਾਨੂੰ ਦੇਖੋ 5 ਜੂਨ ਨੂੰ ਜਿਹੜੇ ਹੈ ਇਹ ਆਰਡੀਨੈਂਸ ਕੈਬਨਿਟ ਪਾਸ ਕਰਦੀ ਹੈ, ਜਿਹੜੇ ਕੈਬਨਿਟ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ, ਜਿਹੜੇ ਉਹ ਕੈਬਨਿਟ ਦੇ, ਚਲੋ ਉਹ ਤਾਂ ਮੈਂਬਰ ਤਾਂ ਹੈਗੇ ਪਰ ਉਹ ਪੰਜਾਬ ਦੇ ਰਿਪਰੈਜ਼ੈਂਟੇਟਿਵ ਵੀ ਨੇ। ਤੇ ਮੈਂ ਅਕਾਲੀ ਦਲ ਦੇ ਵੀ ਨਹੀਂ ਕਹਿੰਦਾ, ਮੈਂ ਗੱਲ ਛੱਡ ਦਿੰਦਾ, ਮੈਂ ਕਹਿੰਦਾ ਉਹ ਪੰਜਾਬ ਦੇ ਰਿਪਰੈਜ਼ੈਂਟੇਟਿਵ ਨੇ। ਤੇ ਉੱਥੇ ਉਹਨਾਂ ਨੇ ਚੁੱਪ ਕਰਕੇ ਸਾਈਨ ਕਰ ਦਿੱਤੇ ਉਸ ਸਾਰੀ ਗੱਲ ਤੇ ਉਦੋਂ ਬਾਅਦ ਜੂਨ ਗਿਆ, ਜੁਲਾਈ ਗਈ, ਅਗਸਤ ਗਿਆ, ਸਤੰਬਰ ਗਿਆ, ਤੇ ਕਿਉਂਕਿ ਆਰਡੀਨੈਂਸ ਤਾਂ ਉਦੋਂ ਹੀ ਲਾਗੂ ਹੋ ਚੁੱਕੇ ਕਾਨੂੰਨ, ਚਲੋ ਭਾਵੇਂ ਹੁਣ ਬਣਿਆ, ਤੇ ਆਰਡੀਨੈਂਸ ਦਾ ਮਤਲਬ ਇਹ ਹੁੰਦਾ ਵੀ ਛੇਤੀ 'ਚ ਕੋਈ ਕੰਮ ਕਰਨਾ, ਆਰਡੀਨੈਂਸ ਜਿਹੜਾ ਹੈ ਉਹ ਲਾਗੂ ਕਰ ਦਿਓ। ਤੇ ਇਹਦਾ ਮਤਲਬ ਤੁਸੀਂ 4 ਮਹੀਨੇ ਉਹਨਾਂ ਨੂੰ ਸਹੀ ਠਹਿਰਾਉਂਦੇ ਰਹੇ। ਤੇ ਇਹ ਵੀ ਜਿੱਦਾਂ, ਚਲੋ ਮੈਂ ਗੱਲ ਦੁਬਾਰਾ ਦੁਹਰਾਉਣਾ ਨਹੀਂ ਚਾਹੁੰਦਾ, ਜਿੱਦਾਂ ਪ੍ਰਾਸ਼ਰ ਸਾਹਿਬ ਜੀ ਨੇ ਦੱਸਿਆ ਕਿ ਉਹ ਲੋਕਾਂ ਜਾ ਕੇ ਇਹ ਕਹਿਣ ਦੀ ਕੋਸ਼ਿਸ਼ ਕਰਦੇ ਰਹੇ ਬਹੁਤ ਚੰਗੇ ਕਾਨੂੰਨ ਨੇ। ਅਸਲ ਦੇ ਵਿੱਚ ਜਿਹੜੀ ਸਿਤਮ ਜ਼ਰੀਫੀ ਤਾਂ ਇਹ ਹੈ ਕਿ ਨਾ ਹੀ
ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ, ਨਾ ਹੀ ਅਕਾਲੀ ਦਲ ਦੇ ਨੇਤਾਵਾਂ ਨੇ, ਤੇ ਵਰਕਰਾਂ ਦੀ ਤਾਂ ਗੱਲ ਦੂਰ ਛੱਡੋ, ਤੇ ਨਾ ਹੀ ਇਹਨਾਂ ਦੇ ਪਿੱਛੇ ਜਿਹੜਾ ਥਿੰਕ ਟੈਂਕ ਕੰਮ ਕਰਦਾ ਉਹਨਾਂ ਨੇ। ਇਹ ਅਸਲ ਦੇ ਵਿੱਚ ਇਹ ਜਿਹੜੇ ਨਾ ਉਹਨਾਂ ਨੇ ਆਰਡੀਨੈਂਸ ਦਾ ਮਸੌਦਾ ਪੜ੍ਹਿਆ, ਨਾ ਬਾਅਦ ਚ ਬਿੱਲਾਂ ਦਾ ਮਸੌਦਾ ਪੜ੍ਹਿਆ, ਹੁਣ ਕਾਨੂੰਨ ਬਣ ਗਏ, ਉਹਨਾਂ ਨੂੰ ਪੜ੍ਹੇ ਹੀ ਨਹੀਂ। ਉਹਨਾਂ ਨੂੰ ਇਸ ਤਰੀਕੇ ਨਾਲ ਪੋਜ਼ਿਟਿਵ ਉਹਦੇ ਵਿੱਚ, ਜਿਵੇਂ ਕਹਾਵਤ ਹੈ ਨਾ ਕਿ ਸਾਉਣ ਦੇ ਅੰਨੇ ਨੂੰ ਹਰਾ ਹੀ ਹਰਾ ਦਿਖਾਈ ਦਿੰਦਾ, ਉਹਨਾਂ ਨੂੰ ਤਾਂ ਇਹਦੇ ਚੋਂ ਸਾਰਾ ਪੋਜ਼ਿਟਿਵ ਆ ਪੋਜ਼ਿਟਿਵ ਹੈ। ਜਿਹੜੀ ਗੱਲ ਦੇਖੋ ਪ੍ਰਾਸ਼ਰ ਜੀ ਨੇ ਵੀ ਹਿੰਟ ਕੀਤਾ ਇਸ ਗੱਲ ਵੱਲ ਵੀ ਤੁਸੀਂ ਉਹਦੇ ਵਿੱਚ ਕਾਨੂੰਨ ਦੇ ਵਿੱਚ ਸਿੱਧਾ ਲਿਖਿਆ ਵੀ ਇਹਦੇ ਚੋਂ ਮਿਡਲਮੈਨ ਨੂੰ ਖਤਮ ਕਰ ਦਿਆਂਗੇ। ਮਿਡਲਮੈਨ ਕੌਣ ਹੈ? ਮਿਡਲਮੈਨ ਆੜਤੀ ਹੈ। ਬੀਜੇਪੀ ਜਿਹੜੀ ਆਪਣੇ ਆਪ ਨੂੰ ਕਿਸੇ ਵੇਲੇ ਵਪਾਰੀਆਂ ਦੀ ਵੱਡੀ ਪਾਰਟੀ, ਮਤਲਬ ਕਿ ਇਹ ਸਮਝੀਏ ਵੀ ਅਸੀਂ ਵਪਾਰੀਆਂ ਨੂੰ ਦੀ ਸਰਪ੍ਰਸਤੀ ਕਰਦੇ ਹਾਂ ਜਾਂ ਹੋਰ ਹੈ, ਹੁਣ ਇਹਦਾ ਮਤਲਬ ਛੋਟਾ ਵਪਾਰੀ ਤਾਂ ਉਹਦੇ ਪ੍ਰਵਿਊ ਚੋਂ ਨਿਕਲ ਗਿਆ, ਤੇ ਕਿਉਂਕਿ ਮਿਡਲਮੈਨ ਹੋਰ ਤਾਂ ਕੋਈ ਮਿਡਲਮੈਨ ਹੈ ਹੀ ਨਹੀਂ। ਫਿਰ ਜਦੋਂ ਪ੍ਰਚਾਰ ਕਰਦੇ ਆ ਪਹਿਲਾਂ ਅਕਾਲੀ ਦਲ ਦੇ ਲੀਡਰ ਵੀ, ਜਾਂ ਜਿਹੜੇ ਇਹਨਾਂ ਦੇ ਕੋਈ ਜ਼ਰ ਖਰੀਦ ਮਾਹਰ ਸੋ ਕਾਲਡ, ਜਾਂ ਜਿਹੜੇ ਖੇਤੀ ਮਾਹਰ ਆਪਣੇ ਆਪ ਨੂੰ ਕਹਾਉਂਦੇ ਨੇ, ਉਹ ਵੀ ਮਤਲਬ ਕਿ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸਾਨਾਂ ਦਾ ਪਹਿਲਾਂ ਟੈਕਸ ਹੀ ਬੜਾ ਲੱਗਦਾ ਜੀ। APMC ਦੇ ਵਿੱਚ ਜਦੋਂ ਕਿਸਾਨ ਜਾਂਦਾ ਹੈ ਉਹਦੇ ਤਾਂ ਉਹਦੀ ਏਜੰਸੀ ਤੋਂ ਵੇਚਦਾ, ਉੱਤੇ ਟੈਕਸ ਲੱਗਦਾ। ਹੁਣ ਬਾਹਰ ਵੇਚੂਗਾ ਉਹਦਾ ਟੈਕਸ ਖਤਮ ਹੋ ਜੂ। ਵੀ ਅਸੀਂ ਖੁਦ ਕਣਕ ਵੇਚਦੇ ਰਹੇ ਹਾਂ, ਅਸੀਂ ਖੁਦ ਕਣਕ ਕਪਾਹ ਵੇਚਦੇ ਰਹੇ, ਝੋਨਾ ਵੇਚਦੇ ਰਹੇ, ਮੈਨੂੰ ਦੱਸੋ ਵੀ ਜਿਹੜਾ ਮੰਡੀ ਬੋਰਡ ਜਿਹੜਾ ਟੈਕਸ ਲਾਉਂਦਾ ਉਹ ਆੜ੍ਹਤੀ ਤੇ ਲੱਗਦਾ, ਜਿਹੜਾ ਸੈਸ ਲੱਗਦਾ ਉਹ ਆੜ੍ਹਤੀ ਤੇ ਲੱਗਦਾ। ਮਤਲਬ ਕਿ ਇਸ ਤਰੀਕੇ ਨਾਲ ਨਾ ਇਹਨਾਂ ਨੇ ਉਹਨੂੰ ਢੰਗ ਨਾਲ ਪੜ੍ਹਿਆ, ਤੇ ਸਿਰਫ ਇੱਕ ਆਪਣੀਆਂ ਹੁਣ ਪੋਲੀਟੀਕਲ ਰੋਟੀਆਂ ਸੇਕਣ ਦੇ ਵਾਸਤੇ ਇਹਨਾਂ ਨੂੰ ਲੱਗਦਾ ਵੀ ਹੁਣ ਕਿਸਾਨੀ ਸਾਡੇ, ਕਿਉਂਕਿ ਅਕਾਲੀ ਦਲ ਦਾ ਆਧਾਰ ਪੰਜਾਬ ਦੇ ਵਿੱਚ ਕਿਸਾਨੀ ਹੈ, ਸਿਰਫ ਵੀ ਕਿਸਾਨੀ ਸਾਡੇ ਹੱਥ ਤੋਂ ਜਾ ਰਹੀ ਹੈ। ਹੁਣ ਬੀਜੇਪੀ ਦੀ ਹਾਲਤ ਤਾਂ ਉਦੋਂ ਹੀ ਮਾੜੀ ਹੈ ਕਿਉਂਕਿ ਬੀਜੇਪੀ ਦਾ ਆਧਾਰ ਤਾਂ ਕਦੇ ਕਿਸਾਨੀ ਰਹੀ ਨਹੀਂ। ਸ਼ਹਿਰ ਦਾ ਜਿਹੜਾ ਛੋਟਾ ਵਪਾਰੀ ਹੈ ਜਾਂ ਖਾਸ ਕਰਕੇ ਆੜ੍ਹਤੀ ਹੈ, ਉਹ ਜ਼ਰੂਰ ਉਹਨਾਂ ਦਾ ਵੋਟ ਬੈਂਕ ਵੀ ਸੀ, ਉਹਨਾਂ ਨੂੰ ਫੰਡਿੰਗ ਵੀ ਕਰਦਾ ਸੀ। ਹੁਣ ਜਦੋਂ ਆੜ੍ਹਤੀ ਖੁੱਲ ਕੇ ਸਾਹਮਣੇ ਆ ਗਏ, ਆੜ੍ਹਤੀਆਂ ਦੀਆਂ ਐਸੋਸੀਏਸ਼ਨਾਂ ਨੇ ਮਤੇ ਪਾਤੇ ਤੇ ਹੋਰ, ਤੇ ਹੁਣ ਉਹਨਾਂ ਨੂੰ ਇਹ ਲੱਗਦਾ, ਹੁਣ ਉਹ ਉੱਪਰ ਤਾਂ ਜਦੋਂ ਮੀਟਿੰਗਾਂ ਕਰਦੇ ਆ ਤੇ ਕਹਿੰਦੇ ਆ ਆਪਣੀਆਂ ਕੋਰ ਕਮੇਟੀ ਦੇ ਵਿੱਚ ਜਾਂ ਹੋਰ ਵੀ, ਅਸੀਂ ਜੀ ਲੋਕਾਂ 'ਚ ਜਾਵਾਂਗੇ, ਅਸੀਂ ਕਿਸਾਨਾਂ ਨੂੰ ਦੱਸਾਂਗੇ ਵੀ ਆਹ ਤੁਸੀਂ ਸਾਨੂੰ ਤੁਹਾਡੇ ਗਿਲੇ ਸ਼ਿਕਵੇ ਹੈ, ਦੱਸੋ ਤੁਹਾਡੀ ਅਸੀਂ ਖੇਤੀ ਮੰਤਰੀ ਨਾਲ ਗੱਲ ਕਰਾਉਂਦੇ ਹਾਂ। ਦੂਜੀ ਗੱਲ, ਹੁਣ ਜਦੋਂ ਕਿਸੇ ਨੇ ਤੁਹਾਡਾ ਬਾਈਕਾਟ ਹੀ ਕਰਤਾ ਤੇ ਤੁਹਾਡੇ ਨਾਲ ਕੋਈ ਗੱਲ ਕਰਨ ਲਈ ਤਿਆਰ ਨਹੀਂ, ਤੁਸੀਂ ਕਿਹੜੇ ਮੂੰਹ ਇਹ ਗੱਲਾਂ ਜਿਹੜੀਆਂ ਉਹ ਕਰਦੇ ਹੋ, ਜਿਵੇਂ ਪਿਛਲੇ 10-15 ਦਿਨਾਂ ਦੇ ਜੋ ਕੁਝ ਉੱਪਰ ਰਿਹਾ। ਤੇ ਹਾਂ, ਮੈਂ ਸਮਝਦਾ ਵੀ ਜਿਹੜੀ ਗੱਲ ਸ਼ੁਰੂ ਦੇ ਵਿੱਚੋਂ ਗਲਤ ਹੋਈ ਹੈ, ਗਲਤ ਨੂੰ ਜੇ ਗਲਤ ਕਹਿ ਦੇਣਾ ਕੋਈ ਮਾੜੀ ਗੱਲ ਹੀ ਹੁੰਦੀ। ਜੇ ਅਕਾਲੀ ਦਲ ਜੇ ਉਦੋਂ ਹੀ ਕਹਿ ਦਿੰਦੇ, ਜੇ ਕਿਸੇ ਇਹਨਾਂ ਕੋਲੇ ਬੰਦੇ ਨੇ ਮਾਹਰ, ਉਹਨੂੰ ਕਹਿੰਦੇ ਵੀ ਇਹਦੀ ਥੋੜੀ ਸਟੱਡੀ ਕਰਕੇ ਦੱਸੋ ਇਹਦਾ ਪੰਜਾਬ ਤੇ ਕੀ ਅਸਰ ਪਊਗਾ, ਉਦੋਂ ਹੀ ਕਹਿ ਦਿੰਦੇ ਵੀ ਜੀ ਅਸੀਂ ਨਹੀਂ ਇਹ ਹੋਣ ਦੇਣੇ। ਹੋ ਸਕਦਾ ਇਹ ਹੁੰਦੇ ਵੀ ਨਾ, ਤੇ ਪਰ ਇਹ ਹੈ ਵੀ ਜਦੋਂ ਹੁਣ ਸਿਰ ਤੋਂ ਪਾਣੀ ਲੰਘ ਗਿਆ, ਹੁਣ ਤਾਂ ਐਵੇਂ ਕੋਈ ਫਾਇਦਾ ਨਹੀਂ, ਸੱਪ ਲੰਘ ਗਿਆ ਲੀਕ ਕੁੱਟਣ ਵਾਲੀ ਗੱਲ। ਥੈਂਕ ਯੂ ਰੁਪਾਲ ਜੀ, ਥੈਂਕ ਯੂ ਵੈਰੀ ਮਚ। ਪ੍ਰਸ਼ਨ ਜੀ, ਰੁਪਾਲ ਜੀ ਨੇ ਜਿਹੜੇ ਕਮੈਂਟਸ ਕੀਤੇ ਹੈ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਕਿਸਾਨ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਬੁਰੀ ਤਰ੍ਹਾਂ ਫਸੀ ਵੀ ਨਜ਼ਰ ਆ ਰਹੀ ਹੈ। ਜੇ ਆਪਾਂ ਪਿਛਲੇ ਦਿਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਕਿ ਸਾਰੇ ਜੋ ਕੁਝ ਇਹ ਵਰਤਾਰਾ ਵਾਪਰਿਆ ਉਹਦੇ ਕਰਤਾ ਧਰਤਿਆਂ ਨੇ ਲਗਾਤਾਰ ਇਹ ਕਹਿ ਰਿਹਾ ਹੈ ਕਿ ਵਿਰੋਧੀ ਤਰ੍ਹਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ, ਕਦੇ ਉਹ ਕਾਂਗਰਸ ਨੂੰ ਕਹਿ ਰਿਹਾ, ਕਦੇ ਦੂਜੀਆਂ ਧਿਰਾਂ ਨੂੰ ਕਹਿ ਰਿਹਾ। ਜਦੋਂ ਤਾਂ ਮੋਦੀ ਸਾਹਿਬ ਭਾਰੀ ਬਹੁਮਤ ਨਾਲ ਜਿੱਤ ਕੇ ਹਿੰਦੁਸਤਾਨ ਵਾਲਿਆਂ ਨੇ, ਕਿਸਾਨਾਂ ਨੇ, ਦੂਜਿਆਂ ਨੇ ਪਾਰਲੀਮੈਂਟ 'ਚ ਪਹੁੰਚਾਏ, ਉਦੋਂ ਤਾਂ ਕਿਸਾਨ ਗੁੰਮਰਾਹ ਨਾ ਹੋਏ। ਹੁਣ ਉਹਨਾਂ ਨੂੰ ਕਿਸਾਨ ਜਿਹੜੇ ਹੈਗੇ ਗੁੰਮਰਾਹ ਨਜ਼ਰ ਆ ਰਿਹਾ। ਲੱਗਦਾ ਪ੍ਰਾਸ਼ਰ ਜੀ ਕਿ ਮੋਦੀ ਸਾਹਿਬ ਕਿਸਾਨੀ ਅੰਦੋਲਨ ਦਾ ਜਿਹੜਾ ਮੂਡ ਹੈ ਜਾਂ ਜਿਹੜਾ ਅਸਲ ਮੁੱਦਾ ਹੈ, ਉਹ ਫਿਰ ਆਪਣੀ ਕਲਾਕਾਰੀ ਜਿਹੜੀ ਹੈਗੀ ਆ ਉਹਦੇ ਨਾਲ ਜਿਹੜਾ ਸਾਰਾ ਮਾਮਲਾ ਰਾਜਸੀ ਤੌਰ ਤੇ ਉਲਝਾਉਣਾ ਚਾਹੁੰਦੇ ਆ, ਤਾਂ ਕਿ ਸਾਰੇ ਮਾਮਲੇ ਦੇ ਮੁੜ ਕੇ ਫਿਰ ਕਦੇ ਰਾਹੁਲ ਗਾਂਧੀ ਦੇ ਸਿਰ, ਕਦੇ ਸੋਨੀਆ ਗਾਂਧੀ ਦੇ ਸਿਰ, ਜਾਂ ਕਿਸੇ ਹੋਰ ਦੇ ਸਿਰ ਠੀਕਰਾ ਭੰਨ੍ਹੀਏ ਤੇ ਕਿਸਾਨੀ ਅੰਦੋਲਨ ਤੋਂ ਮੁਕਤ ਹੋ ਜਾਈਏ। ਜਗਤਾਰ ਜੀ, ਇਹ ਚ ਨਹੀਂ ਕਿ ਸਾਰੀ ਪਾਰਟੀਆਂ, ਖਾਸ ਤੌਰ ਤੇ ਭਾਜਪਾ, ਕਿਉਂਕਿ ਉਹਨਾਂ ਨੇ ਇਹ ਸਾਰਾ ਕਾਨੂੰਨ ਜਿਹੜਾ ਇਹ ਨਹੀਂ, ਸਭ ਤੋਂ ਪਹਿਲੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਾਂ ਉਹਨਾਂ ਉੱਤੇ ਹੀ ਸਾਰਾ ਠੀਕਰਾ ਭੱਜਿਆ ਜਾਂਦਾ ਹੈ ਕਿ ਉਹਨਾਂ ਨੇ ਇਹ ਕਾਨੂੰਨ ਲਾਇਆ ਹੈ। ਤਾਂ ਇਸ ਕਰਕੇ ਉਹਨੂੰ ਡਿਫੈਂਡ ਕਰਨ ਲਈ ਉਹ ਕੀ ਕਰਦੇ ਹੈ ਕਿ ਕਦੀ ਕਹਿੰਦੇ ਆ ਕਿ ਜੀ ਕਾਂਗਰਸ ਨੇ ਵੀ ਇਹੀ ਕੀਤਾ ਸੀ, ਕਦੀ ਫਲਾਨੀ ਪਾਰਟੀਆਂ ਗੁੰਮਰਾਹ ਕਰ ਰਹੀਆਂ, ਆਪਣੇ ਵੱਲੋਂ ਜਿਹੜੀ ਹੈ ਝਾਤੀ ਮਾਰਨ ਦੀ ਕੋਸ਼ਿਸ਼। ਪ੍ਰਾਸ਼ਰ ਜੀ ਸਰ ਤੁਸੀਂ ਸੀਨੀਅਰ ਜਰਨਲਿਸਟ ਹੋ, ਸੌਰੀ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ ਹਾਂ। ਤੁਹਾਡਾ ਘੱਟੋ ਘੱਟ ਮੇਰਾ ਖਿਆਲ 40 ਸਾਲ ਦਾ ਪ੍ਰੋਫੈਸ਼ਨਲੀ ਐਕਸਪੀਰੀਅੰਸ ਹੋਏਗਾ। ਤੁਸੀਂ ਮੈਨੂੰ ਦੱਸੋ, ਪੂਰੇ ਦਰਸ਼ਕ ਤੁਹਾਨੂੰ ਸੁਣ ਰਹੇ ਆ, ਦੇਖ ਰਹੇ ਆ, ਪਿਛਲੇ 40 ਸਾਲਾਂ 'ਚ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ 'ਚ ਕਦੇ ਟਰੈਕਟਰ ਮਾਰਚ ਕੱਢਿਆ? ਕੱਲ ਚੰਡੀਗੜ੍ਹ 'ਚ ਟਰੈਕਟਰ ਮਾਰਚ ਕੱਢ ਰਹੇ ਆ ਕਿਸਾਨਾਂ ਦੀ ਹਮਾਇਤ 'ਚ। ਤੁਸੀਂ ਡਰਾਮੇਬਾਜ਼ੀ ਦੀ ਸਿਖਰ ਦੇਖੋ ਜੀ। ਪ੍ਰਾਸ਼ਰ ਜੀ ਪਲੀਜ਼ ਕੈਰੀ ਔਨ। ਜਗਤਾਰ ਜੀ, ਉਹ ਹੁਣ ਦੇਖੋ ਨਾ, ਉਹਨੇ ਕਿਸਾਨਾਂ ਦਾ ਸੇਕ ਲੱਗਿਆ ਹੈ ਤੇ ਇਹਨਾਂ ਨੂੰ ਸਾਰੀਆਂ ਗੱਲਾਂ ਯਾਦ ਆਈਆਂ
नहीं तो इन्होंने तो कभी किसानों की कभी कोई बात ही नहीं पूछी, कभी किसी तरह कंसल्ट नहीं किया। और वो सब तो वड्डी एग्जाम्पल है कि जिसले ये सारे कानून बन रहे थे और इसका खरड़ा तैयार होया तो मोदी सरकार ने बिल्कुल नहीं सोचा कि किसी किसान ऑर्गेनाइजेशन या किसी किसान के MP MLA किसी पार्टी को बुला के उन्हें सलाह मशवरा कर लीए तो उन्होंने व्यू भी ले लिए, कोई इन्होंने नहीं किया। हुण इस गल हालत है कि अकाली दल भी जिहड़ा बौंदलिया पिया और भाजपा भी बौंदलिया पिया। अकाली दल की तो जी है कहानी वो मेरे दोस्त रुपाल जी ने सुनाती है कि तख्त जिथे बंदे सारे नतमस्तक होने लिए उत्थे जाते हैं, उत्थों ही मार्च जी है पुट्ठी जी है वो शहरों वाल तुर रहा है। यह अकालियां की अकल का मैं समझदा जलूस है। दूजी गल है कि जेडे भाजपा वाले आ कर रहे हैं कि जी कभी ट्रैक्टर मार्च कर लो, कभी कुछ कर लो, ਉਹਦੇ ਨਾਲ कोई बंदा किसी ਨੂੰ कोई गुमराह होएगा नहीं। इन्हों की जो जोड़ा किरदार है वो सारे सामने नंगा हो गया। और तीजी गल है वै जगतार जी हुण जी मेरी जी और मैं समझदा साडी सारिਆਂ ਦੀ ਜਿਹੜੀ वरी की गल है वो है कि किसान ਜਿਹੜੇ कि सीधा इस कानूनों के जहरी ਜਿਹੜੇ है वो निशाने ते है, उन्हों का अंदोलन उग्र रूप धारण करता जा रहा है। वो यह समझते हैं कि पंजाब दे विच कारपोरेट हाउसिस नूं लियाउण दा राह पद्धरा किया गया। उन्होंने कल पंजाब दे विच कई जगह जिहड़ी कि रिलायंस कंपनी है उसका जियो सिम है वो साड़िया है, वो सिंबॉलिक है। देखो GM सिम का कोई कसूर नहीं, सवाल है कि उन्होंने इनू बतौर सिंबल जिहड़ा है इसके खिलाफ विरोध प्रगट किया है। और अज जिद्दां कि रुपाल जी ने दस्सिया उन्होंने दस्सिया कि जी आपां जिहड़ी कई जगह रिलायंस के जिहड़े पेट्रोल पंप है उन्हों का बायकॉट हो रहा है। इसी तरह मैं समझदा है कि आने वाले दिनों में आप देखांगे कि सिर्फ रिलायंस ही नहीं होर भी जिहड़े पंजाब दे विच कई कारपोरेट हाउसिस है, जिस तरह कि एयरटेल का है, भारती का है, ट्राइडेंट का है, बाकी इस तरह के कई इहो जिहे कारपोरेट घराने हैं जिहड़े कि यही देख रहे हैं कि किस तरह व्यापार बढ़ाया जाए और किसानों को एक्सप्लॉइट किया जाए। उनके खिलाफ भी गमो गुस्सा आएगा और उन्होंने खिलाफ भी इस तरह के बॉयकॉट के नारे महसूस आ सकते हैं। हुण सोल्यूशन का मैं समझदा है कि इको रास्ता है कि मोदी सारे किसानों के रिप्रैजेंटेटिव नूं बुला के उन्होंने सलाह मशवरा करके और उन्होंने अश्योर करे कि भी जिहड़ा तुसीं MSP कहो असीं उहनूं सिर्फ जुबानी कलामी नहीं लीगल शेप देण नूं तैयार हैं और उहदे विच कोई नोटिफिकेशन जारी करके वो कहण कि अगले 2 4 5 10 साल तक असीं MSP नूं नहीं छेड़ांगे। और दूजा रस्ता है कि जिहड़े पंजाब दे विच जिहड़ी अमरिंदर दी सरकार है ਉਹਦੇ ਦੇ ਉੱਤੇ सीरीयसली विचार करके जिहड़ा कानून है ਉਹਦੇ ਵਿੱਚ ਤਰਮੀਮ करे और कोशिश करे कि जिहड़ी स्टेट है ਇਹ ਜਿਹੜਾ ਨਵਾਂ ਕਾਨੂੰਨ ਬਣਿਆ ਉਹਦੇ ਦਾਇਰੇ ਵਿੱਚੋਂ ਉਹਨੂੰ ਐਗਜ਼ੈਂਪਟ ਕੀਤਾ ਜਾਏ। ਇਹ ਤਾਂ ਹੀ ਜਨਤਾ ਦਾ ਕਿਸਾਨਾਂ ਦਾ ਖਾਸ ਤੌਰ ਤੇ ਗੁੱਸਾ ਸ਼ਾਂਤ ਹੋ ਸਕਦਾ ਹੈ। ਅਦਰਵਾਈਜ਼ ਇਹੋ ਜਿਹੇ ਨਾਜ਼ੁਕ ਮੌਕੇ ਤੇ ਜਿੱਥੇ ਕਿ ਤੁਹਾਡੇ ਨਾਰਦਰਨ ਬਾਰਡਰ ਲਦਾਖ ਦੇ ਵਿੱਚ ਇੰਨੀ ਨਾਜ਼ੁਕ ਸਥਿਤੀ ਬਣੀ ਹੋਈ ਹੈ ਉਹਦੇ ਹਾਲਾਤ ਦੇ ਵਿੱਚ ਆਪਾਂ ਜੇ ਸੜਕਾਂ ਜਾਮ ਕਰ ਦਈਏ, ਰੇਲਵੇ ਜਾਮ ਕਰ ਦਈਏ ਤਾਂ ਤੁਸੀਂ ਦੇਖੋ ਕੀ ਮੈਸੇਜ ਆਉਂਦਾ ਹੈ ਔਰ ਕਿੰਨੀ ਸਥਿਤੀ ਜਿਹੜੀ ਹੈ ਉਹ ਨਾਜ਼ੁਕ ਹੋ ਜਾਂਦੀ ਹੈ। ਪ੍ਰਾਸ਼ੇ ਜੀ ਉਹਦਾ ਫਿਕਰ ਨਾ ਕਰੋ, ਕਹਿੰਦੇ ਹਿੰਦੁਸਤਾਨੀਆਂ ਨੇ ਰਫੇਲ ਖਰੀਦ ਲਿਆ ਤੇ 2-4 ਹੋਰ ਲੈ ਲੈਣਗੇ, ਇਸ ਕਰਕੇ ਬਾਰਡਰ ਸਾਡੇ ਸਿਕਿਉਰ ਆ, ਨਾ ਸਾਨੂੰ ਚਾਈਨਾ ਦਾ ਡਰ ਆ, ਨਾ ਸਾਨੂੰ ਪਾਕਿਸਤਾਨ ਦਾ ਡਰ ਹੈ। ਅਸੀਂ ਹੁਣ ਬਾਹਰੋਂ ਅਸਲਾ ਖਰੀਦਣ ਤੇ ਜਿਹੜੇ ਲੜਾਕੂ ਜਹਾਜ਼ ਖਰੀਦਣ ਉਹ ਵੀ ਸਾਡੀ ਸੁਰੱਖਿਆ ਦੀ ਗਰੰਟੀ ਦੇਣਗੇ। ਚਲੋ ਸਰ, ਜਿਸ ਮਾਮਲੇ ਤੇ ਪ੍ਰਾਸ਼ੇ ਜੀ ਨੇ ਗੱਲ ਕੀਤੀ ਹੈਗੀ ਹੈ ਰਿਲਾਇੰਸ ਤੇ ਦੂਜੇ ਮੁੱਦਿਆਂ ਦੀ ਉਹ ਤਾਂ ਹੈ ਹੀ ਹੈ, ਪਰ ਇੱਕ ਗੱਲ ਜਿਹੜੀ ਮੈਂ ਜਵਾਹਰ ਢਿੱਲੋਂ ਸਾਹਿਬ ਜਿਹੜਾ ਬਾਰ-ਬਾਰ ਕਿਸਾਨੀ ਇਹ ਕਹਿ ਰਹੀ ਹੈ, ਜਿੱਦਾਂ ਦਿੱਲੀ ਦੇ ਵਿੱਚ ਇੱਕ ਕਾਂਗਰਸੀ ਨੇਤਾ ਜਾਂ ਕੁਝ ਲੋਕਾਂ ਨੇ ਰਲ ਕੇ ਟਰੈਕਟਰ ਨੂੰ ਅੱਗ ਲਾਈ, ਕਿਸਾਨ ਇਹ ਕਹਿ ਰਿਹਾ ਹੈ ਕਿ ਅਸੀਂ ਹਿੰਸਕ ਪ੍ਰਵਿਰਤੀਆਂ ਦੇ ਬਿਲਕੁਲ ਖਿਲਾਫ ਹੈ, ਅਸੀਂ ਸ਼ਾਂਤਮਈ ਅੰਦੋਲਨ ਨੂੰ ਜਿਹੜਾ ਹੈਗਾ ਚਲਾਵਾਂਗੇ। ਦੂਜੀ ਗੱਲ ਜਿਹੜੀ ਹੈਗੀ ਢਿੱਲੋਂ ਸਾਹਿਬ, ਜਿੱਦਾਂ ਦਾ ਪੰਜਾਬ ਦੇ ਵਿੱਚ ਮਾਹੌਲ ਇਸ ਵੇਲੇ ਬਣਿਆ ਹੋਇਆ ਹੈ, ਅੱਜ ਜਦੋਂ ਆਪਾਂ ਡਿਬੇਟ ਕਰ ਰਹੇ ਹਾਂ ਤਾਂ ਅੱਜ ਪੰਜਾਬ 'ਚ ਅਣਮਿੱਥੇ ਸਮੇਂ ਲਈ ਰੇਲਾਂ ਰੋਕਣ ਦੀ ਗੱਲ ਹੈ। ਜਿੱਦਾਂ ਅਕਾਲੀ ਦਲ ਤੇ ਭਾਜਪਾ ਨੂੰ ਵਿਉਂਤਾ ਪਈ ਹੈ, ਇੱਦਾਂ ਹੀ ਕਾਂਗਰਸ ਆਪਣੇ ਤੌਰ ਤੇ ਹਰ ਪੋਲੀਟੀਕਲ ਪਾਰਟੀ ਦੀ ਆਪਣੀ ਵੀ ਮਨਸ਼ਾ ਹੁੰਦੀ ਹੈ। ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਆ ਰਿਹਾ ਹੈ। ਇੱਦਾਂ ਦੀਆਂ ਜਿਹੜੀਆਂ ਸਾਰੀਆਂ ਪ੍ਰਸਥਿਤੀਆਂ ਜਿਹੜੀਆਂ ਬਣੀਆਂ ਹੋਈਆਂ ਉਹ ਤੇ ਲੱਗਦਾ ਹੈ ਕਿ ਜਿਹੜਾ ਪਿਛਲੇ ਦਹਾਕਿਆਂ ਤੋਂ ਬਾਅਦ ਪੰਜਾਬ ਦੇ ਅੰਦਰ ਕੋਈ ਕਿਸਾਨੀ ਜਾਇਦਾਦ ਦੀ ਲੋਕ ਲਹਿਰ ਉੱਠੀ ਹੈ, ਜਿਹਦੇ ਅੱਗੇ ਸਾਰੀਆਂ ਰਾਜਸੀ ਪਾਰਟੀਆਂ ਝੁੱਕ ਕੇ ਹਾਂ ਚਾਹ ਮਿਲਾਉਣ ਨੂੰ, ਚਾਹੇ ਉਹਨਾਂ ਦੀ ਮਜਬੂਰੀ ਹੈ ਚਾਹੇ ਉਹਨਾਂ ਦੇ ਰਾਜਸੀ ਮਨਸੇ ਹੈ, ਇਸ ਪਾਸੇ ਵੱਲ ਨੂੰ ਤੁਰੀਆਂ ਵੀ ਹੈ।
ਜੀ ਢਿੱਲੋਂ ਸਾਹਿਬ। ਜਗਤਾਰ ਜੀ, ਜੇ ਤੁਸੀਂ ਦੇਖੋ, ਮੈਂ 2012 ਦੀ ਗੱਲ ਕਰਦਾ, ਜਿਹੜੀ ਚੀਜ਼ ਦਾ ਅੱਜ ਵਿਰੋਧ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ, ਤੁਹਾਨੂੰ ਚੇਤਾ ਹੋਵੇਗਾ ਉਸ ਵੇਲੇ ਇਹਨਾਂ ਆੜਤੀਆਂ ਦੇ ਮਾਮਲੇ ਦੇ ਵਿੱਚ ਉਸ ਵੇਲੇ ਦੀ ਮੰਤਰੀ ਬੀਬੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਜਿਹੜੇ ਇਹ ਆੜਤੀਏ ਨੇ ਇਹ ਤਾਂ ਕਿਸਾਨਾਂ ਦਾ ATM ਨੇ, ਇਹਨਾਂ ਨੂੰ ਖਤਮ ਕਰਨਾ, ਆਪ ਕਿਸਾਨੀ ਦੇ ATM ਖਤਮ ਕਰਨਾ ਹੈ। ਅਸੀਂ ਲੰਬੇ ਸਮੇਂ ਤੋਂ ਜ਼ਿਮੀਂਦਾਰੀ ਦੇ ਨਾਲ ਜੁੜੇ ਹੋਏ ਹਾਂ, ਕਈ ਵਾਰ ਤਾਂ ਕੱਲਾ ATM ਨਹੀਂ, ਆੜਤੀਆਂ ਤੋਂ ਕਿਸਾਨਾਂ ਨੇ ਪੈਸੇ ਐਡਵਾਂਸ ਲਏ ਹੁੰਦੇ ਨੇ। ਉਹ ਕਈਆਂ ਦੇ ਤਾਂ ਵਿਚਾਰਿਆਂ ਦੇ ਜਦੋਂ ਫਸਲ ਆਉਂਦੀ ਹੈ, ਕਈ ਵਾਰੀ ਫਸਲ ਪੂਰੀ ਵੀ ਨਹੀਂ ਹੁੰਦੀ, ਉਹਨਾਂ ਦੇ ਪੈਸੇ ਇੰਨੇ ਕੁ ਲਏ ਹੁੰਦੇ ਨੇ। ਦੂਜਾ, ਜਦੋਂ 2014 ਦੇ ਵਿੱਚ ਇਹ ਨਰਿੰਦਰ ਮੋਦੀ ਹੋਣ ਦੇ ਵਿੱਚ ਆਇਆ, ਪ੍ਰਧਾਨ ਮੰਤਰੀ ਬਣਿਆ, ਉਸ ਤੋਂ ਪਹਿਲਾਂ ਇੱਕ ਬਹੁਤ ਵੱਡਾ ਕਿਸਾਨਾਂ ਦਾ ਇਕੱਠ ਇਸ ਨੇ ਗੁਜਰਾਤ ਤੇ ਉੱਤਰ ਪ੍ਰਦੇਸ਼ ਦੇ ਵਿੱਚ ਕੀਤਾ ਸੀ, ਜਿੱਥੇ ਅਨਾਉਂਸਮੈਂਟ ਕੀਤੀ ਸੀ ਕਿ ਆਪ ਕਿਸਾਨ ਵੀਰੋ ਪਹਿਲੇ ਦਿਨ ਹੀ ਆਪਕੇ ਕਰਜ਼ ਪਰ ਲੀਕ ਮਾਰ ਦੀ ਜਾਏਗੀ। ਕੀ ਉਹ ਕਰਜ਼ ਤੇ ਲੀਕ ਕਰਦੀ ਹੈ? ਇਹ ਜੁਮਲਾ ਹੀ ਹੋਇਆ ਨਾ, ਜਿਵੇਂ 15 ਲੱਖ ਰੁਪਏ ਦਾ ਇਹਨੇ ਜੁਮਲਾ ਕਿਹਾ, ਬਾਅਦ ਦੇ ਵਿੱਚ ਕਹਤਾ ਤਾਂ ਇੱਕ ਜੁਮਲਾ ਸੀ, ਹੈ ਨਾ। 15 ਲੱਖ ਤੁਹਾਡੇ ਖਾਤਿਆਂ 'ਚ ਆਊਗਾ। ਇਹਦੇ ਵਿੱਚ ਇਲਾਵਾ ਨੀਰਵ ਮੋਦੀ, ਸ਼ੀਰਵ ਮੋਦੀ, ਧੀਰਵ ਮੋਦੀ, ਪਤਾ ਨਹੀਂ ਕਿੰਨੇ ਕੁ ਮੋਦੀ ਨੇ। ਇਹ ਸਾਰੇ ਮੋਦੀ ਪਤਾ ਨਹੀਂ ਇੱਕੋ ਕਰਤੂਤ ਦੇ ਮਾਲਕ ਨੇ, ਜਿਨ੍ਹਾਂ ਨੇ ਕੋਈ ਕਿੰਨੇ ਕਰੋੜਾਂ ਰੁਪਏ ਢਕਾਰ ਕੇ ਵਿਦੇਸ਼ਾਂ ਦੇ ਵਿੱਚ ਬੈਠੇ ਹੈ। ਬੈਂਕਾਂ ਦਾ NPA ਵੱਧ ਰਿਹਾ ਹੈਗਾ, ਉਹਦੇ ਵੱਲ ਇਹਦਾ ਕੋਈ ਧਿਆਨ ਨਹੀਂ। ਕਿਸਾਨੀ ਦਾ ਸਾਹ ਸੌਖਾ ਕਰਨ ਵਾਲੇ ਪਾਸੇ ਕੋਈ ਧਿਆਨ ਨਹੀਂ। ਤੁਸੀਂ ਜਿਹੜਾ ਕੀਤਾ, ਭਾਰਤੀ ਜਨਤਾ ਪਾਰਟੀ, ਆਪਾਂ ਸਾਰੇ ਬੁਲਾਰੇ ਇਹੀ ਗੱਲ ਕਰ ਰਹੇ ਹਾਂ, ਪਰ ਜਿਨ੍ਹਾਂ ਦੇ ਉੱਤੇ ਲਾਗੂ ਹੋਣਾ ਸੀ ਕਿ ਉਹਨਾਂ ਦੇ ਨਾਲ ਕੋਈ ਵਿਚਾਰ ਵਟਾਂਦਰਾ ਕੀਤਾ ਗਿਆ। ਦੂਜੀ ਗੱਲ, ਇਹਨਾਂ ਨੇ ਕਿਸਾਨਾਂ ਨੂੰ, ਮੈਂ ਇੱਕ ਖਦਸ਼ਾ ਵੀ ਜ਼ਾਹਰ ਕਰ ਰਿਹਾ ਹੈਗਾ, ਜਿਹੜੇ ਤਰੀਕੇ ਦੇ ਨਾਲ ਅੱਜ ਪੰਜਾਬ ਦਾ ਕਿਸਾਨ ਜਥੇਬੰਦੀਆਂ 31 ਦੀਆਂ 31 ਇੱਕ ਮੰਚ ਤੇ ਨੇ, ਅੱਜ ਤੱਕ ਪਿਛਲੇ 40 ਸਾਲ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ, ਪਹਿਲੀ ਵਾਰ ਹੈ। ਦੂਜੀ ਗੱਲ, ਕੱਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦੀ ਪ੍ਰੈਸ ਕਾਨਫਰੰਸ ਸੀ, ਉਹ ਕਹਿੰਦੇ ਜੀ ਸਾਨੂੰ ਬੜੇ ਆਗੂ ਹੁਣ ਸਾਡੇ ਪਿੱਠ ਤੇ ਆ ਖੜੇ ਨੇ, ਸ਼ਰਦ ਪਵਾਰ, ਫਲਾਨਾ ਢਿਮਕਾ। ਮੈਂ ਕਿਹਾ ਇਹਦਾ ਮਤਲਬ ਹੁਣ ਤੁਸੀਂ ਮੰਨਦੇ ਹੋ ਵੀ ਹੁਣ ਸਹੀ ਤੇ ਰਾਹ ਤੇ ਆਏ ਹੋ, ਪਹਿਲਾਂ ਤਾਂ ਐਵੇਂ ਝੂਠ ਦੇ ਰਾਹ ਤੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਸੀਗੇ। ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਦੀ ਤੁਸੀਂ ਗੱਲ ਕੀਤੀ ਆ, ਕਾਂਗਰਸ ਦੀ, ਖੱਬੀਆਂ ਧਿਰਾਂ ਦੀ, ਆਮ ਆਦਮੀ ਪਾਰਟੀ ਦੀ, ਲੋਕ ਇਨਸਾਫ ਪਾਰਟੀ ਜਾਂ ਹੋਰ, ਉਹ ਤਾਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਹੱਕ ਦੇ ਵਿੱਚ ਖੜੀਆਂ ਨੇ। ਤੁਸੀਂ ਦੇਖੋ, ਕੱਲ ਜਦੋਂ ਪਰਸੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਹੈ, ਉਹਨਾਂ ਨੇ ਕਿਹਾ ਵੀ ਇੱਕ ਦਿਨ ਦਾ ਸੈਸ਼ਨ ਹੋਣਾ ਚਾਹੀਦਾ ਹੈ। ਜਿਹੜੇ ਸੈਸ਼ਨ ਤੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਪਹਿਲਾਂ ਭੱਜੇ, ਹੁਣ ਅਕਾਲੀ ਦਲ ਹੀ ਕਹਿ ਰਿਹਾ ਕਿ ਸੈਸ਼ਨ ਬੁਲਾਓ ਜੀ, ਜਲਦੀ ਤੋਂ ਜਲਦੀ ਕਾਨੂੰਨ ਪਾਸ ਕਰੀਏ। ਉਦੋਂ ਤੁਸੀਂ ਸੈਸ਼ਨ 'ਚ ਬਣੇ ਨਹੀਂ, ਉਦੋਂ ਤੁਸੀਂ ਡਰਾਮੇ ਕੀਤੇ। ਤੁਹਾਨੂੰ ਯਾਦ ਹੋਣਾ, ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇੱਕ ਹਫ਼ਤਾ ਪਹਿਲਾਂ ਕਹਿਤਾ ਸੀ ਕਿ ਇਹਨਾਂ ਨੇ ਸੈਸ਼ਨ ਦੇ ਵਿੱਚ ਨਹੀਂ ਜਾਣਾ, ਇਹ ਬਹਾਨਾ ਬਣਾ ਕੇ ਸੈਸ਼ਨ 'ਚੋਂ ਬਾਹਰ ਨਿਕਲ ਲੱਗੇ। ਅੱਜ ਦੀ ਪੈਰਾਂ ਹੇਠਾਂ ਤੋਂ ਮਿੱਟੀ ਨਿਕਲ ਗਈ। ਜਿਹੜੀ ਅਸਲ ਅਕਾਲੀ ਦਲ ਦੀ ਮੇਨ ਵੋਟ ਬੈਂਕ ਸੀ, ਉਹ ਸੀ ਪੰਥ ਤੇ ਦੂਜਾ ਸੀ ਕਿਸਾਨ। 1973 ਦੇ ਵਿੱਚ ਇਹਨਾਂ ਨੇ ਵੱਧ ਅਧਿਕਾਰਾਂ ਦੀ ਗੱਲ ਕੀਤੀ, ਜਦੋਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਵੱਧ ਅਧਿਕਾਰਾਂ ਨੂੰ ਜੋ ਰਿਪਰੈਜ਼ੈਂਟ ਕਰਦੀ ਸੀ, ਉਹ ਖਤਮ ਹੋਣ ਦੀ ਗੱਲ ਆਈ, ਇਹਨਾਂ ਨੇ ਹੱਕ 'ਚ ਵੋਟ ਪਾਈ। ਜਿਹੜਾ CAA ਸੀ, ਉੱਥੇ ਇਹਨਾਂ ਨੇ ਹੱਕ 'ਚ ਵੋਟ ਪਾਈ। ਵੱਧ ਅਧਿਕਾਰਾਂ ਦੀ ਗੱਲ ਕਰਦੇ ਕਰਦੇ ਆਪ ਦਾ ਮੂਲ ਸਿਧਾਂਤ ਛੱਡ ਕੇ ਇਹ ਮਤਲਬ ਪਾਸੇ ਚਲੇ ਗਏ। ਦੂਜਾ, ਬਰਗਾੜੀ ਕਾਂਡ ਤੋਂ ਲੈ ਕੇ, ਬਾਈਬਲ ਗ੍ਰਾਹ ਕਾਂਡ ਤੋਂ ਲੈ ਕੇ ਅੱਜ ਤੱਕ ਇਹ ਧਾਰਮਿਕ ਇਸ਼ੂਆਂ ਦੇ ਉੱਤੇ ਲਗਾਤਾਰ ਫਸਦੇ ਜਾ ਰਹੇ ਨੇ। ਜਿਵੇਂ 328 ਸਰੂਪਾਂ ਦੇ ਮਾਮਲੇ ਦੇ ਵਿੱਚ ਵੀ ਫਸੇ ਨੇ। ਰਪਾਲ ਸਾਹਿਬ ਨੇ ਕਿਹਾ, ਪ੍ਰਾਸ਼ਰ ਜੀ ਨੇ ਕਿਹਾ ਕਿ ਉਲਟਾ ਬਾਂਸ ਬਰੇਲੀ ਨੂੰ, ਭਾਵ ਜਿਨ੍ਹਾਂ ਤਖਤਾਂ ਦੇ ਉੱਤੇ ਅਸੀਂ ਅਰਦਾਸ ਕਰਕੇ ਉੱਥੇ ਜਾਂਦੇ ਹਾਂ, ਉੱਥੇ ਜਾ ਕੇ ਆਪਣਾ ਪ੍ਰਦਰਸ਼ਨ ਵਗੈਰਾ ਸਮਾਪਤ ਕਰਦੇ ਹਾਂ, ਨਗਰ ਕੀਰਤਨ ਸਮਾਪਤ ਕਰਦੇ ਹਾਂ, ਇਹ ਉਲਟੇ ਪਾਸੇ ਨੂੰ ਚੱਲੇ ਨੇ। ਮੈਨੂੰ ਲੱਗਦਾ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨਾਲ ਇਹਨਾਂ ਨੇ ਪੰਗਾ ਪਿਆ, ਉਸੇ ਸ੍ਰੀ ਅਕਾਲ ਤਖਤ ਸਾਹਿਬ ਨੇ ਇਹਨਾਂ ਦੀ ਬੁੱਧੀ ਭ੍ਰਿਸ਼ਟ ਕੀਤੀ ਹੈ, ਜਿਹਦੇ ਕਰਕੇ 96 ਸਾਲ ਦੇ ਬਜ਼ੁਰਗ ਬਾਪੂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਇਹਨਾਂ ਨੇ ਕਿਹਾ, ਇੱਕ ਚੁਟਕਲੇ ਦੋ ਆਏ। ਇੱਕ ਉਹਦੇ ਵਿੱਚ ਆਇਆ ਕਿ ਜੇ ਕੋਈ ਜਿਹੜੀ ਔਰਤ ਹੈ ਉਹ ਤਲਾਕ ਦੇ ਕੇ ਕਹਦੇ ਵੀ ਮੈਂ ਤਾਂ ਸਹੁਰਿਆਂ ਦੇ ਘਰ 'ਚ ਰਹਿਣਗੀਆਂ, ਤਾਂ ਉਹਨੂੰ ਕੀ ਕਹਿੰਦੇ ਆ? ਕਹਿੰਦੇ ਸ਼੍ਰੋਮਣੀ ਅਕਾਲੀ ਦਲ। ਦੂਜਾ, ਕਹਿੰਦੇ ਬਾਦਲ ਸਾਹਿਬ ਨੇ ਕਿਹਾ ਸੀ ਕਿ ਮੇਰੇ ਜਿਉਂਦੇ ਜੀ ਇਹ ਟੁੱਟ ਨਹੀਂ ਸਕਦੇ, ਕਿਰਪਾ ਕਰਕੇ ਬਾਦਲ ਸਾਹਿਬ ਦਾ ਹਾਲ ਚਾਲ ਪੁੱਛ ਲਓ ਵੀ ਉਹ ਤੰਦਰੁਸਤ ਨੇ, ਕਿਤੇ ਕੋਈ ਉਹਨਾਂ ਨੂੰ ਕੁਝ ਹੋਰ ਤਾਂ ਨਹੀਂ ਗਿਆ। ਇਸ ਤਰ੍ਹਾਂ ਦੇ ਕਮੈਂਟ
ਇਹਨਾਂ ਫੈਸਲਿਆਂ ਬਾਰੇ ਪਾਏ ਜਾ ਰਹੇ ਨੇ। परिस्थितियां बदल गई जी जी ओके ਭਾਰਤੀ ਜਨਤਾ ਪਾਰਟੀ ਨੇ ਜਿਹੜਾ ਆਨੰਦ ਅਕਾਲੀਆਂ ਨਾਲ ਬੈਠ ਕੇ 24 ਸਾਲ ਲਿਆ, ਅੱਜ ਭਾਰਤੀ ਜਨਤਾ ਪਾਰਟੀ ਵਾਲੇ ਜੇ ਇਹ ਸੋਚਦੇ ਹੋਣ ਕਿ ਕਿਸੇ ਹੋਰ ਧਿਰ ਦੇ ਨਾਲ ਸੱਤਾ ਦੀ ਪੌੜੀ ਚੜ੍ਹ ਜਾਗੇ ਔਖਾ ਹੋਣਾ, ਇਹਨਾਂ ਕਿਸਾਨਾਂ ਅੰਦੋਲਨਾਂ ਦੇ ਵਿੱਚੋਂ ਨਵੇਂ ਸਿਆਸੀ ਸਮੀਕਰਨ ਆਉਣ ਵਾਲੇ ਦਿਨਾਂ ਦੇ ਵਿੱਚ ਪੈਦਾ ਹੋਣਗੇ। ओके थैंक यू वेरी मच, बहुत मेहरबानी। हरपाल जी लास्ट कमेंट जिथों गल ढिल्लों साहब ने छड्डी है कि पंजाब अंदर जिहड़े नਵੇਂ सियासीकरण जिहड़े पैदा हो रहा है, लगता है कि जिहड़ी पंजाब पिछले समय च कहा जा रहा है कि बहुत वड्डा वैक्यूम है, खला है राजनीति के अंदर, कोई नਵੇਂ सियासी समीकरण दा नਵੇਂ कद्दावर नेता भी इस लहर च मूवमेंट की देन हो सकते आने वाले दिनों च रवायती धिरां ते रवायती लीडरशिप नूं छड्ड के। जी हरपाल जी ਸਿੱਧੂ ਸਾਹਿਬ ਜਿਹੜਾ ਢਿੱਲੋਂ ਸਾਹਿਬ ਨੇ ਜਿਹੜਾ ਜਿੱਦਾਂ ਇਹ ਸੋਚਿਆ ਜਾਂ ਇਹ ਚਾਹੁੰਦੇ ਆ ਜਾਂ ਇਹਨਾਂ ਦਾ ਜੀ ਕਰਦਾ ਵੀ ਇਦਾਂ ਹੋਵੇ, ਤੇ ਬਹੁਤ ਅੱਛੀ ਗੱਲ ਹੈ ਜੇ ਨਵਾਂ ਸਮੀਕਰਨ ਇਦਾਂ ਦੇ ਇੱਥੇ ਬਣ ਜਾਣ। ਪਰ ਇੱਕ ਲੀਡਰਸ਼ਿਪ ਦਾ ਕ੍ਰਾਈਸਿਸ ਜਿਹੜਾ ਇੱਥੇ ਸ਼ੁਰੂ ਤੋਂ ਰਿਹਾ ਹੈ, ਕਿਉਂਕਿ ਕਾਂਗਰਸ ਤੇ ਅਕਾਲੀ ਦਲ ਰਵਾਇਤੀ ਪਾਰਟੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਲੀਡਰਸ਼ਿਪ ਕਾਇਮ ਰੱਖਣ 'ਚ ਕਾਮਯਾਬ ਰਹੀਆਂ ਨੇ। ਜਦੋਂ ਵੀ ਕੋਈ ਹੋਰ ਧਿਰਾਂ ਇੱਥੇ ਜੁੜਦੀਆਂ ਰਹੀਆਂ ਨੇ ਤੇ ਉਹਨਾਂ ਦੀ ਅਸਲ ਦੇ ਵਿੱਚ ਹਮੇਸ਼ਾ ਲੀਡਰਸ਼ਿਪ ਦਾ ਕ੍ਰਾਈਸਿਸ ਆਉਂਦਾ ਰਿਹਾ। ਜੇ ਆਪਾਂ ਦੇਖਿਆ ਜਾਵੇ ਕਿਸੇ ਵੇਲੇ ਜਿਹੜਾ ਹਾਲਾਤ ਇੱਥੇ ਬਣ ਗਏ ਸੀ ਕਿ 13 ਦੇ ਵਿੱਚੋਂ 10 ਜਿਹੜੇ ਐਮਪੀ ਸੀ ਉਹ ਸਿਮਰਜੀਤ ਮਾਨ ਹੋਰਾਂ ਦੀ ਜਿਹੜੀ ਪਾਰਟੀ ਸੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਹਿ ਲਓ ਜਾਂ ਕੁਛ ਵੀ ਨਾਂ ਲੈ ਲਓ ਉਹਦਾ, ਉਹ ਆ ਗਏ ਸੀ। ਤੇ ਪਰ ਉਸ ਤੋਂ ਬਾਅਦ ਇੰਨਾ ਖਲਾਰਾ ਪਿਆ ਤੇ ਜਿਹੜੀ ਲੀਡਰਸ਼ਿਪ ਦਾ ਕ੍ਰਾਈਸਿਸ ਆਇਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਲੀਡਰਸ਼ਿਪ ਦਾ ਕ੍ਰਾਈਸਿਸ ਆਇਆ, ਚੋਣਾਂ ਹੋਣ ਤੱਕ ਹੀ ਉਹਨਾਂ ਨੇ ਪ੍ਰਧਾਨ ਬਦਲ ਤੇ ਸੋਰ ਸਾਰਾ ਕੁਝ ਕਰਤਾ। ਤੇ ਇਸੇ ਤਰ੍ਹਾਂ ਜੇ ਕੋਈ ਹੋਰ ਜਦੋਂ ਨਵੀਆਂ ਧਿਰਾਂ ਇੱਥੇ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਕੋਸ਼ਿਸ਼ ਕੀਤੀ ਜਿਹੜੀ ਸੀ ਲੋਕ ਭਲਾਈ ਪਾਰਟੀ ਬਣਾਉਣ ਦੀ, ਮੈਂ ਸਮਝਦਾ ਚੰਗੀ ਗੱਲ ਹੈ ਜੇ ਸਿਆਸੀ ਤੌਰ ਤੇ ਕੋਈ ਏਦਾਂ ਦੀ ਕੰਸੋਲੀਡੇਸ਼ਨ ਕਿਸੇ ਗੱਲ ਤੇ ਹੋ ਜਾਂਦੀ ਹੈ। ਪਰ ਜਿਹੜੀ ਦੂਸਰੀ ਗੱਲ ਜਿਹੜੀ ਪ੍ਰਾਸ਼ਦ ਸਾਹਿਬ ਨੇ ਕੀਤੀ ਹੈ ਨਾ, ਮੈਂ ਸਮਝਦਾ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਉਹ ਬਹੁਤ ਅਹਿਮ ਜਿਹੜਾ ਹੈ ਮੁੱਦਾ ਹੈ ਕਿ ਜਦੋਂ ਵੀ ਕੋਈ ਏਦਾਂ ਦੇ ਅੰਦੋਲਨ ਚੱਲਦੇ ਨੇ ਤੇ ਭਾਵੇਂ ਕੋਈ ਉਹਦੇ ਚ ਏਜੰਸੀਆਂ ਐਂਟਰ ਕਰਨ, ਭਾਵੇਂ ਸ਼ਰਾਰਤੀ ਲੋਕ ਐਂਟਰ ਕਰਨ, ਭਾਵੇਂ ਕੁਛ ਵੀ ਹੈ, ਤੇ ਉਹਦਾ ਜਿਹੜਾ ਸੀ ਕਈ ਵਾਰੀ ਜਿਹੜਾ ਨਾ ਰੂਪ ਉਹ ਦੂਸਰੇ ਪਾਸੇ ਨੂੰ ਜਿਹੜਾ ਹੈ ਉਹ ਚਲਾ ਜਾਂਦਾ ਹੈ। ਤੇ ਉਹ ਜਿਵੇਂ ਇਹਨਾਂ ਨੇ ਕਿਹਾ ਕਿ ਉਗਰ ਵਾਲੇ ਪਾਸੇ ਚਲਾ ਜਾਂਦਾ ਹੈ ਜਾਂ ਤੁਸੀਂ ਕਹਿ ਸਕਦੇ ਹੋ ਅੱਤ ਵਾਲੇ ਪਾਸੇ ਚਲਾ ਜਾਂਦਾ ਹੈ। ਮੈਂ ਸਮਝਦਾ ਕਿ ਇਸ ਹਾਲਾਤ ਦੇ ਵਿੱਚ ਇਸ ਤੋਂ ਬਚਣ ਦੀ ਸਭ ਤੋਂ ਵੱਧ ਜ਼ਰੂਰਤ ਹੈ, ਕਿਉਂਕਿ ਕਿਸੇ ਅੰਦੋਲਨ ਨੂੰ ਜੇ ਦਬਾਉਣਾ ਹੋਵੇ ਸਭ ਤੋਂ ਸੌਖਾ ਹੈ ਜਦੋਂ ਉਹ ਉਗਰ ਹੋ ਜਾਂਦਾ ਹੈ, ਕਿਉਂਕਿ ਬੜੇ ਕਾਨੂੰਨ ਨੇ, ਬੜੇ ਕਾਨੂੰਨ ਦੇ ਹੱਥ ਲੰਬੇ ਆ, ਸਰਕਾਰਾਂ ਕੋਲੇ ਸਾਰਾ ਕੁਝ ਹੈ, ਤੇ ਫਿਰ ਸੌਖੇ ਜਿਹੜੀ ਹੈ ਸਾਰੀ ਗੱਲ ਦਵਾਈ ਜਾ ਸਕਦੀ ਹੈ। ਭਾਵੇਂ ਕਾਂਗਰਸ ਹੁਣ ਕਾਂਗਰਸ ਨੂੰ ਜਿਹੜਾ ਹੈ ਤੇ ਉਹ ਜਿਹੜਾ ਹੈ ਕਿਸਾਨਾਂ ਦਾ ਲੱਗਦਾ ਹੈ, ਪਰ ਅੰਦਰੋਂ ਅੰਦਰ ਹੀ ਕਾਂਗਰਸ ਨੂੰ ਵੀ ਇਹ ਲੱਗਦਾ ਵੀ ਜੇ ਕਿਸਾਨ ਜਥੇਬੰਦੀਆਂ ਏਦਾਂ ਕੰਸੋਲੀਡੇਟ ਹੋ ਕੇ ਕੱਲ ਨੂੰ ਕੋਈ ਪੋਲੀਟੀਕਲ ਉਹ ਕਰ ਦਿੰਦੀਆਂ ਤਾਂ ਕਾਂਗਰਸ ਨੂੰ ਆਪਣੇ ਆਪ ਨੂੰ ਖਤਰਾ ਲੱਗਦਾ। ਹਾਲਾਂਕਿ ਪੂਰੇ ਦੇਸ਼ ਦੀ ਕਾਂਗਰਸ ਪੂਰੇ ਕ੍ਰਾਈਸਿਸ ਦੇ ਵਿੱਚ ਹੈ। ਤੇ ਪਰ ਮੈਂ ਇਹ ਸਮਝਦਾ ਕਿ ਇਸ ਹਾਂਜੀ ਹਾਂਜੀ ਹਰਪਾਲ ਜੀ ਸਮਾਂ ਵੀ ਨਹੀਂ, ਕਿ ਛੋਟਾ ਜਿਹਾ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ। ਜਿਹੜਾ ਤੁਸੀਂ ਕਿਹਾ ਕਿ ਕਾਂਗਰਸ ਨੂੰ ਨਹੀਂ ਲੱਗਦਾ ਹੈ, ਕਾਂਗਰਸ ਦਾ ਕਮਾਲ ਦੇਖੋ ਕਿ ਅੰਦੋਲਨ ਤਾਂ ਚਲਾਇਆ ਕਿਸਾਨ ਜਥੇਬੰਦੀਆਂ ਨੇ, ਲੜਾਈ ਕਿਸਾਨ ਜਥੇਬੰਦੀਆਂ ਲੜ ਰਹੀਆਂ। ਹੁਣ ਕਾਂਗਰਸ ਜਾਂ ਉਹਨਾਂ ਦੇ ਕੁਝ ਹਮਾਇਤੀ ਕਹਿ ਰਹੇ ਜੇ ਕੈਪਟਨ ਅਮਰਿੰਦਰ ਜੀ ਤੁਸੀਂ ਅੱਗੇ ਲੱਗੋ, ਤੁਸੀਂ ਇਸ ਅੰਦੋਲਨ ਦੀ ਕਰੋ ਅਗਵਾਈ, ਮਤਲਬ ਕਿਸਾਨ ਤਾਂ ਹੁਣ ਰਹਿ ਜਾਣ ਜਾ ਕੇ ਪਟੜੀਆਂ ਦੇ ਉੱਤੇ, ਕਿਉਂਕਿ ਅੱਗੇ ਫੇਰ ਇਲੈਕਸ਼ਨਾਂ ਆਉਣ ਵਾਲੀਆਂ ਤੇ ਅਮਰਿੰਦਰ ਜੀ ਕਹਿੰਦੇ ਤਾਜ ਹੁਣ ਤੁਸੀਂ ਸੰਭਾਲੋ। ਮੈਂ ਸਮਝਦਾ ਕਿ ਜਿਹੜੀਆਂ ਰਵਾਇਤੀ ਪੋਲੀਟੀਕਲ ਪਾਰਟੀਆਂ, ਸਿਆਸੀ ਪਾਰਟੀਆਂ ਹਮੇਸ਼ਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੀਆਂ ਤੇ ਕਰ ਵੀ ਰਹੀਆਂ। ਤੇ ਦੂਸਰੀ ਗੱਲ ਜਿਹੜੀ ਕਿਸਾਨ ਜਥੇਬੰਦੀਆਂ ਦੀ ਹੈ ਨਾ, ਕਿਸਾਨ ਜਥੇਬੰਦੀਆਂ ਵੀ ਆਪਾਂ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਕਿ ਪਿਛਲੇ 30-40 ਸਾਲ ਤੋਂ ਕਿ ਕਿਸ ਤਰ੍ਹਾਂ ਹੱਥ ਮਿਲਾਉਂਦੀਆਂ ਰਹੀਆਂ। ਕਿਸਾਨ ਜਥੇਬੰਦੀਆਂ ਦੇ ਪ੍ਰਧਾਨ, ਕਿਸਾਨ ਜਥੇਬੰਦੀਆਂ ਦੇ ਉੱਪਰਲੀ ਸਿਖਰਲੇ ਲੀਡਰ ਅਹੁਦੇ ਵੀ ਲੈਂਦੇ ਰਹੇ ਨੇ, ਸਭ ਕੁਛ ਕਰਦੇ ਰਹੇ ਨੇ। ਤੇ ਜੇ ਇਹ ਉਸ ਪਾਸੇ ਨੂੰ ਜਾਂਦਾ ਜਾਂ ਇਹ ਉਗਰ ਵਾਲੇ ਪਾਸੇ ਜਾਂਦਾ, ਮੈਂ ਕਹਿੰਦਾ ਵੀ ਫਿਰ ਇਹਦਾ ਕੋਈ ਫਾਇਦਾ ਨਹੀਂ। ਇਹਦਾ ਫਾਇਦਾ ਤਾਂ ਜਿਹੜੀ ਗੱਲ ਕੀਤੀ ਹੈ ਨਾ ਪ੍ਰਾਸ਼ਰ ਜੀ ਨੇ, ਉਹ ਬਹੁਤ ਵਜ਼ਨਦਾਰ ਗੱਲ ਹੈ ਕਿ ਇਸ ਤਰ੍ਹਾਂ ਦਾ ਪ੍ਰੈਸ਼ਰ ਬਿਲਡ ਕੀਤਾ ਜਾਵੇ ਸਰਕਾਰ ਨੂੰ, ਜਾਂ ਤਾਂ ਸਰਕਾਰ ਇਹ ਕਾਨੂੰਨ ਵਾਪਸ ਲਵੇ ਤੇ ਜਾਂ ਘੱਟੋ ਘੱਟ ਸਰਕਾਰ ਪੈਰਲਲ ਇਹ ਜਿੱਦਾਂ ਇਹਨਾਂ ਨੇ MSP ਦੀ ਗੱਲ ਕੀਤੀ ਹੈ, ਮੈਂ ਸਮਝਦਾ ਵੀ MSP ਦੀ ਗਰੰਟੀ ਦੇਣੀ ਵੀ ਕੋਈ ਖਾਸ ਗੱਲ ਨਹੀਂ। ਜੇ ਹੁਣ ਜਿਹੜੀ ਗਰੰਟੀ ਇਸ ਗੱਲ ਦੀ ਸਰਕਾਰ ਦੇਵੇ ਕਿ ਸਰਕਾਰੀ ਖਰੀਦ ਨਹੀਂ ਰੁਕੇਗੀ। ਹੁਣ MSP ਤਾਂ ਮੱਕੀ ਤੇ ਵੀ ਹੈਗਾ, ਕਾਨੂੰਨ ਦੇ ਵਿੱਚ ਆਉਣੀ ਚਾਹੀਦੀ ਹੈ ਜੀ। ਹਾਂਜੀ ਹਾਂ, ਤੇ ਉਹ ਕਿਉਂਕਿ ਸਰਕਾਰੀ ਖਰੀਦ ਨਾ ਰੁਕੇ, APMC ਦਾ ਜਿਹੜਾ ਸਿਲਸਿਲਾ ਜਿਹੜਾ ਉਹ ਨਾ ਬੰਦ ਹੋਵੇ,
ਤੇ ਗੱਲ ਸਭ ਤੋਂ ਪਹਿਲਾਂ ਇਸ ਧਿਆਨ ਤੇ ਦੇਣ ਦੀ ਲੋੜ ਆ। ਹੁਣ MSP ਉਹ ਕਹਿੰਦੇ ਵੀ ਅਸੀਂ ਨਹੀਂ ਖਤਮ ਕਰਾਂਗੇ, ਕੱਲ ਨੂੰ ਏਜੰਸੀਆਂ FCI ਮਾਰਕੀਟ 'ਚ ਹੀ ਨਹੀਂ ਆਏਗੀ ਖਰੀਦਣ ਵਾਸਤੇ ਤਾਂ ਉਹਨਾਂ ਦਾ MSP ਕੀ ਕਰੂਗਾ? ਇਸ ਕਰਕੇ ਇਹਨਾਂ ਨੂੰ ਧਿਆਨ ਦੇਣ ਦੀ ਲੋੜ ਆ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਚਲੋ ਸਾਹਿਬ ਜੀ, ਚਲੋ ਸਾਹਿਬ ਤੁਸੀਂ ਕੁਝ ਕਹਿ ਰਹੇ। ਸੰਵਿਧਾਨਕ ਦਾਇਰੇ 'ਚ ਲਿਆਂਦੀ ਜਾਵੇ, ਭਾਵੇਂ ਚੌਥਾ ਬਿੱਲ ਪਾਸ ਕੀਤਾ ਜਾਵੇ ਕਿ MSP ਤੋਂ ਘੱਟ ਕੋਈ ਪ੍ਰਾਈਵੇਟ ਪਲੇਅਰ ਖਰੀਦ ਹੀ ਨਹੀਂ ਸਕੇਗਾ। ਓਕੇ, ਥੈਂਕ ਯੂ। ਪ੍ਰਾਸ਼ੀ ਜੀ, ਇਸੇ ਮੁੱਦੇ ਤੇ ਤੁਸੀਂ ਕਿਹਾ ਵੀ ਹੈ, ਜਿੱਦਾਂ ਢਿੱਲੋਂ ਸਾਹਿਬ ਨੇ ਕਿਹਾ ਕਿ ਸੰਵਿਧਾਨਕ ਤੌਰ ਤੇ ਗਰੰਟੀ ਦਿੱਤੀ ਜਾਵੇ, ਜ਼ੁਬਾਨੀ ਕਲਾਮੀ ਨਹੀਂ ਕਿ ਆਓ ਜੀ ਅਸੀਂ ਚਾਹ ਦਾ ਕੱਪ ਪੀਂਦੇ ਹਾਂ ਤੁਹਾਡੇ ਨਾਲ। ਐਗਜ਼ੈਕਟਲੀ ਜੀ, ਇਹ ਸਾਰੇ ਐਜੀਟੇਸ਼ਨ ਦਾ ਬੇਸ ਹੀ ਇਹ ਹੈ ਕਿ MSP ਖਤਮ ਹੋ ਜਾਏਗੀ। ਇਹ ਲੋਕਾਂ ਦੇ ਵਿੱਚ ਬੜਾ ਸਹੀ ਖਦਸ਼ਾ ਹੈਗਾ, ਇਹਨੂੰ ਦੂਰ ਕੀਤਾ ਜਾਵੇ। ਇੰਨੀ ਸਿੰਪਲ ਕਾਮਨ ਸੈਂਸ ਦੀ ਗੱਲ ਹੈ। ਸਰਕਾਰ ਨੂੰ ਚਾਹੀਦਾ ਤੇ ਜਲਦੀ ਤੋਂ ਜਲਦੀ ਕਿਸਾਨ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਇਸ ਗੱਲ ਤੇ ਅਸ਼ੋਰ ਕਰੇ ਔਰ ਸੋਲਿਡ ਕਾਰਵਾਈ ਕਰਦੇ ਹੋਏ ਕੋਈ ਨੋਟੀਫਿਕੇਸ਼ਨ, ਕੋਈ ਤਰਮੀਮ, ਕੋਈ ਕੁਝ ਕਰਕੇ ਉਹਨਾਂ ਨੂੰ ਇਹਨੂੰ ਕਾਨੂੰਨੀ ਜਿਹੜਾ ਹੈ ਜੰਮ ਬਚਾਉਣਾ ਜੀ, ਮਿਹਰਬਾਨੀ ਜਾਣਾ ਚਾਹੀਦਾ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਧੰਨਵਾਦ ਪ੍ਰਾਸ਼ੀ ਜੀ, ਢਿੱਲੋਂ ਸਾਹਿਬ, ਰਪਾਲ ਜੀ। ਮੇਰੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਇਸ ਅਹਿਮ ਮੁੱਦੇ ਤੇ ਆਏ। ਦਰਸ਼ਕਾਂ ਦੇ ਲਈ ਵੀ ਹਮੇਸ਼ਾ ਦੀ ਤਰ੍ਹਾਂ ਮੇਰਾ ਸੁਨੇਹਾ ਹੈ, ਸੀਨੀਅਰ ਜਰਨਲਿਸਟਾਂ ਦੀ ਸੱਚ ਦੀ ਪੇਸ਼ਕਾਰੀ, ਪੰਜਾਬ ਦਾ ਸੱਚ ਤੁਹਾਡੇ ਸਾਹਮਣੇ ਬੇਬਾਕ ਕੇ ਉਹਨਾਂ ਨੇ ਪੇਸ਼ ਕੀਤਾ। ਉਮੀਦ ਹੈ ਤੁਹਾਨੂੰ ਪਸੰਦ ਆਏਗਾ ਤੇ ਤੁਸੀਂ ਆਪਣੇ ਜਿਹੜੇ ਵੱਖ-ਵੱਖ ਸੋਰਸਸ ਆ ਉਹਨਾਂ ਤੇ ਸ਼ੇਅਰ ਵੀ ਜ਼ਰੂਰ ਕਰੋਗੇ। ਇੱਕ ਵਾਰ ਮੈਂ ਇਜਾਜ਼ਤ ਲੈਣ ਤੋਂ ਪਹਿਲਾਂ ਤਿੰਨੇ ਸੀਨੀਅਰ ਜਰਨਲਿਸਟਾਂ ਦਾ ਤੁਹਾਡੇ ਵੱਲੋਂ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।